ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਆਪ ਸਭਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਦੋਸਤੋ, ਹਰ ਵਾਰ ਦੀ ਤਰ੍ਹਾਂ ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਪਹੁੰਚ ਚੁੱਕੇ ਹਨ ਸਰਦਾਰ ਗੁਰਿੰਦਰ ਸਿੰਘ ਜੀ। ਆਓ ਜੀ ਇਹਨਾਂ ਦਾ ਸਵਾਗਤ ਕਰੀਏ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ, ਜਿਹੜੀ ਅੱਜ ਦੀ ਸਾਡੀ ਇਹ ਹਫ਼ਤਾਵਾਰੀ ਗੱਲਬਾਤ ਆ, ਹਾਂਜੀ, ਇਹ ਮੈਨੂੰ ਲੱਗਦਾ ਆਖਰੀ ਗੱਲਬਾਤ ਆ ਜੀ। ਗੱਲਬਾਤ ਤਾਂ ਫਿਰ ਵੀ ਹੋਵੇਗੀ ਜੀ, ਲੇਕਿਨ ਇਸ ਸਾਲ ਦੀ ਆਖਰੀ ਗੱਲਬਾਤ। ਬਿਲਕੁਲ ਬਿਲਕੁਲ, ਤੁਸੀਂ ਸਹੀ ਪਛਾਣਿਆ ਜੀ। ਠੀਕ ਹੈ, ਇਸ ਸਾਲ ਦੀ ਜਿਹੜੀ ਇਹ ਆਖਰੀ ਗੱਲਬਾਤ ਆ। ਬਿਲਕੁਲ ਜੀ। ਔਰ ਮੈਨੂੰ ਲੱਗਦਾ ਵੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਇਸ ਗੱਲਬਾਤ ਦੇ ਦੌਰਾਨ ਕਿ ਵਰ੍ਹਾ 2020 ਹਾਂਜੀ ਵਿੱਚ ਜਿੰਨੀਆਂ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਬਰਾਂ ਹੋਈਆਂ ਨੇ, ਈਵੈਂਟਸ ਹੋਈਆਂ ਨੇ, ਚਾਹੇ ਉਹ ਪੋਜ਼ਿਟਿਵ ਨੇ, ਨੈਗੇਟਿਵ ਨੇ, ਠੀਕ ਹੈ, ਇਹਨਾਂ ਦੇ ਬਾਰੇ ਅਸੀਂ ਥੋੜ੍ਹੀ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ। ਸੋ ਥੋੜ੍ਹਾ ਜਿਹਾ ਲੇਖਾ ਜੋਖਾ 2020 ਦਾ ਕਰਨ ਦਾ ਯਤਨ ਕਰਾਂਗੇ। ਬਿਲਕੁਲ ਠੀਕ ਹੈ ਜੀ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੀ ਕਿ ਕੁਝ ਇੰਟਰਨੈਸ਼ਨਲ ਘਟਨਾਵਾਂ ਨੇ। ਲਿਸਟ ਮੇਰੇ ਕੋਲ ਕਾਫੀ ਵੱਡੀ ਹੈ ਜੀ। ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਹੜੀ ਨਾਮਰਾਦ ਬਿਮਾਰੀ ਨੇ ਸਾਰੀ ਦੁਨੀਆ ਨੂੰ ਪਰੇਸ਼ਾਨ ਕੀਤਾ, ਹਾਂਜੀ, ਕੋਵਿਡ-19, ਬਿਲਕੁਲ ਜੀ, ਕਰੋਨਾ ਵਾਇਰਸ। ਹਾਂਜੀ, WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜੀ ਜਨਵਰੀ 9, 2020 ਨੂੰ ਇਹ ਅਨਾਉਂਸ ਕਰਤਾ ਸੀ ਕਿ ਚਾਈਨਾ ਦੇ ਸ਼ਹਿਰ ਵੂਹਾਨ ਦੇ ਵਿੱਚੋਂ ਇਹ ਜਿਹੜੀ ਨਾਮਰਾਦ ਬਿਮਾਰੀ ਹੈ ਇਹਦੀ ਸ਼ੁਰੂਆਤ ਹੋ ਚੁੱਕੀ ਸੀ। ਠੀਕ ਹੈ ਜੀ। ਔਰ ਤੁਸੀਂ ਦੇਖਿਆ ਹੋਣਾ ਵੀ ਉਸ ਤੋਂ ਬਾਅਦ ਹੌਲੀ ਹੌਲੀ ਇਹਦਾ ਜਿਹੜਾ ਪਸਾਰਾ ਵਾ ਯੂਰਪ ਦੇ ਵਿੱਚ, ਫਿਰ ਨਾਰਥ ਅਮਰੀਕਾ ਦੇ ਵਿੱਚ, ਏਸ਼ੀਆ ਵਿੱਚ, ਅਫਰੀਕਾ ਵਿੱਚ, ਹੌਲੀ ਹੌਲੀ ਸਾਰੀ ਦੁਨੀਆ ਦੇ ਵਿੱਚ ਹੀ ਫੈਲ ਗਿਆ ਹੈ। ਬਿਲਕੁਲ ਜੀ। ਤੇ ਇਸ ਉੱਪਰ ਕੀ ਗੱਲਬਾਤ ਹੈ ਜੀ ਅੱਜ ਸਾਡੇ? ਗੱਲਬਾਤ ਆ ਜੀ, ਵੈਸੇ ਕਿਉਂਕਿ 2020 ਦੇ ਵਿੱਚ ਬਿਨਾਂ ਸ਼ੱਕ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਹੈ। ਹਾਂਜੀ। ਤੇ ਉਮੀਦ ਇਹ ਕੀਤੀ ਜਾਂਦੀ ਹੈ ਕਿ 2021 ਦੇ ਵਿੱਚ ਵੀ ਇਸ ਤੇ ਕਾਫੀ ਚਰਚਾ ਹੋਵੇਗੀ। ਹਾਂਜੀ। ਲੇਕਿਨ ਫਰਕ ਇਹ ਹੈ ਕਿਉਂਕਿ ਹੁਣ ਵੈਕਸੀਨ ਆ ਚੁੱਕੀ ਹੈ। ਹਾਂਜੀ। ਤੇ ਚਰਚਾ ਜਿਹੜੀ ਹੈ ਉਹ ਕਾਫੀ ਪੋਜ਼ਿਟਿਵਿਟੀ ਵਾਲੀ ਹੋਏਗੀ। ਬਹੁਤ ਅੱਛੀ ਗੱਲ ਹੈ, ਅੱਛੀ ਗੱਲ। ਕਿਉਂਕਿ ਅੱਜ ਤੋਂ ਤਕਰੀਬਨ ਅਗਰ 3 ਮਹੀਨੇ ਪਹਿਲਾਂ ਅਸੀਂ ਗੱਲ ਕਰੀਏ, ਜਦੋਂ ਤੱਕ ਕਿਸੇ ਕਿਸਮ ਦੀ ਵੈਕਸੀਨ, ਕਿਉਂਕਿ ਵੱਖ-ਵੱਖ ਕੰਪਨੀਆਂ ਵੱਖ-ਵੱਖ ਮੁਲਕਾਂ ਦੇ ਵਿੱਚ ਕੋਸ਼ਿਸ਼ ਕਰੀਆਂ ਸਨ ਕਿ ਇਹਦੀ ਕੋਈ ਦਵਾ ਜਿਹੜੀ ਵੈਕਸੀਨ ਹੈ, ਬਿਲਕੁਲ, ਇਹਦਾ ਜਿਹੜਾ ਤੋੜ ਹੈ ਲੱਭਿਆ ਜਾਵੇ, ਲੇਕਿਨ ਉਹਦੇ ਵਿੱਚ ਕਾਮਯਾਬੀ ਦੀਆਂ ਖਬਰਾਂ ਜਿਹੜੀਆਂ ਨੇ ਉਹ ਪਿਛਲੇ 2 ਮਹੀਨਿਆਂ ਤੋਂ ਮਿਲਣੀਆਂ ਸ਼ੁਰੂ ਹੋਈਆਂ ਨੇ। ਬਿਲਕੁਲ। ਫਾਈਜ਼ਰ, ਮੋਡਰਨਾ, ਹੋਰ ਵੀ ਕਾਫੀ ਸਾਰੀ ਕੰਪਨੀ ਨੇ। ਰਸ਼ੀਆ ਦੀ ਇੱਕ ਆਪਣੀ ਵੈਕਸੀਨ ਹੈ, ਚਾਈਨਾ ਦੀ ਆਪਣੀ ਵੈਕਸੀਨ ਹੈ, ਸਪੁਤਨਿਕ ਲੱਗੀ ਹੋਈ, ਰਸ਼ੀਆ ਦੀ ਸਪੁਤਨਿਕ ਲੱਗੀ ਹੋਈ ਹੈ। ਔਰ ਇੰਡੀਆ ਦੇ ਵਿੱਚ ਵੀ ਇੱਕ ਵੈਕਸੀਨ ਉਹਨਾਂ ਨੇ ਕੱਢਣ ਦਾ ਯਤਨ ਕੀਤਾ, ਜਿਹਦੇ ਸ਼ਾਇਦ ਨਤੀਜੇ ਕੋ ਬਹੁਤ ਚੰਗੇ ਨਹੀਂ ਆਏ, ਲੇਕਿਨ ਬਹੁਤ ਸਾਰੇ ਯਤਨ ਹੋਏ। ਸੋ ਕੁੱਲ ਮਿਲਾ ਕੇ ਜਿਹੜੀ ਪੋਜ਼ਿਟਿਵਿਟੀ ਹੈ ਨਾ ਜੀ, ਉਹ ਬਣਨੀ ਸ਼ੁਰੂ ਹੋਈ ਹੈ ਕੁਝ ਸਮੇਂ ਤੋਂ। ਲੇਕਿਨ ਜਿਵੇਂ ਤੁਸੀਂ ਕਿਹਾ ਕਿ ਕੋਵਿਡ-19 ਸ਼ੁਰੂ ਹੋਇਆ, ਹਾਂਜੀ, ਬਿਨਾਂ ਸ਼ੱਕ ਕਿ ਇਹਨੇ ਦੁਨੀਆ ਦੇ ਵਿੱਚ ਇਹਦਾ ਅਸਰ ਜਿਹੜਾ ਪ੍ਰਭਾਵ ਹੈ ਬਹੁਤ ਕਿ ਜ਼ਿਆਦਾ ਹੈ, ਬਹੁਤ ਵੱਖ-ਵੱਖ ਕਿਸਮ ਦੇ ਪ੍ਰਭਾਵ ਨੇ। ਭਾਜੀ, ਇਹਦੇ ਨੈਗੇਟਿਵ ਪ੍ਰਭਾਵ ਤੇ ਵਾਕਈ ਸਾਰੀ ਦੁਨੀਆ ਨੇ ਦੇਖੇ ਨੇ ਜੀ। ਹਾਂਜੀ। ਜਿਵੇਂ ਵਰਲਡ ਵਾਈਡ ਲਾਕਡਾਊਨਸ ਹੋਏ ਜੀ, ਇਕਨੋਮਿਕ ਰਿਸੈਸ਼ਨ ਆਏ, ਲੋਕਾਂ ਦੀਆਂ ਜੌਬਸ ਗਈਆਂ, ਕਾਰੋਬਾਰ ਠੱਪ ਹੋ ਗਏ। ਹਾਂਜੀ। ਕੋਈ ਪੋਜ਼ਿਟਿਵ ਇਹਦਾ ਇੰਪੈਕਟ ਵੀ ਤੁਹਾਨੂੰ ਲੱਗਦਾ ਹੋ ਸਕਦਾ ਜੀ? ਪੋਜ਼ਿਟਿਵ ਇੰਪੈਕਟ ਦੇਖੋ ਜੀ, ਵੈਸੇ ਤਾਂ ਕਿਉਂਕਿ ਸਿਆਣੇ ਕਹਿੰਦੇ ਨੇ ਜਿਹੜੀ ਦੁਰਘਟਨਾ ਦੇ ਵਿੱਚੋਂ ਵੀ ਬੰਦਾ ਸਿੱਖਦਾ ਕੁਛ ਨਾ ਕੁਛ। ਬਿਲਕੁਲ। ਤੇ ਮੈਨੂੰ ਲੱਗਦਾ ਹੈ ਕਿ ਦੁਨੀਆ ਜਿਹੜੀ ਹੈ ਇਹਦੇ ਤੋਂ ਵੀ ਸਿੱਖਣ ਨੂੰ ਬਹੁਤ ਕੁਝ ਹੈ। ਹਾਂਜੀ। ਅਗਰ ਅਸੀਂ ਛੋਟੀ ਜਿਹੀ ਗੱਲ ਲਾਈਏ ਪਰਿਵਾਰਕ ਤੌਰ ਤੇ, ਜਿਹੜੇ ਲੋਕ ਕਾਫੀ ਸਾਰੇ ਬਿਜ਼ੀ, ਕਿਉਂਕਿ ਅਸੀਂ ਅਕਸਰ ਕਹਿ ਦਿੰਦੇ ਅਸੀਂ ਬਹੁਤ ਮਸਰੂਫ ਹਾਂ, ਹਾਂਜੀ, ਅਸੀਂ ਫਲਾਨੀ ਚੀਜ਼ ਲਈ ਸਮਾਂ ਨਹੀਂ ਕੱਢ ਸਕਦੇ। ਬਿਲਕੁਲ। ਲੇਕਿਨ ਅਚਾਨਕ ਇਹ ਗੱਲ ਇਨਸਾਨ ਨੂੰ ਸਮਝ ਆਈ ਕਿ ਸਮਾਂ ਜਿਹੜਾ ਹੈ ਉਹ ਨਿਕਲ ਜਾਂਦਾ ਹੈ। ਹਾਂਜੀ। ਅਗਰ ਅਸੀਂ ਕੱਢਣਾ ਚਾਹੀਏ, ਬਿਲਕੁਲ, ਤੇ ਸਮਾਂ ਅਸੀਂ ਕੱਢ ਸਕਦੇ ਹਾਂ। ਇੱਕ ਸਿੰਪਲ ਛੋਟੀ ਜਿਹੀ ਗੱਲ ਕੀਤੀ ਜਾ ਸਕਦੀ ਹੈ ਜੀ। ਦੂਜੀ ਗੱਲ ਹੈ ਕਿ ਪਰਿਵਾਰਾਂ ਦੇ ਵਿੱਚ ਬਹਿਣ ਦਾ ਮੌਕਾ ਮਿਲਿਆ ਜੀ। ਬਿਲਕੁਲ ਜੀ। ਇੱਕ ਗੀਤ ਵੀ ਆਇਆ ਸੀਗਾ ਕਿ ਇਹਦੇ ਕੋਲ ਹੈਗਾ ਟਾਈਮ ਤੱਕ ਕੱਢਣਾ ਪੈਂਦਾ ਹੈ। ਬਿਲਕੁਲ ਜੀ। ਸੋ ਪਰਮਾਤਮਾ ਨੇ, ਕੁਦਰਤ ਨੇ ਵੇਖ ਲਓ ਇਹੋ ਜਿਹਾ ਮਾਹੌਲ ਬਣਾਤਾ। ਹਾਂਜੀ। ਨੈਗੇਟਿਵਿਟੀ ਦੇ ਵਿੱਚੋਂ ਵੀ ਪੋਜ਼ਿਟਿਵਿਟੀ ਜਿਹੜੀ ਆ ਉਹ ਦੇਖਣ ਨੂੰ ਮਿਲੀ। ਔਰ ਇੱਕ ਹੋਰ ਜਿਹੜੀ ਬੜੀ ਅਹਿਮ ਗੱਲ ਹੈ, ਜਿਹੜੀ ਸ਼ਾਇਦ ਅਸੀਂ ਕੈਨੇਡਾ ਦੇ ਵਿੱਚ ਬੈਠਿਆਂ ਨਹੀਂ ਮਹਿਸੂਸ ਕੀਤੀ, ਲੇਕਿਨ ਇੰਡੀਆ ਦੀਆਂ ਖਬਰਾਂ ਆਈਆਂ, ਪੰਜਾਬ ਤੋਂ ਖਾਸ ਕਰਕੇ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ ਜਲੰਧਰ ਤੋਂ ਤੁਹਾਨੂੰ ਹਿਮਾਲਿਆ ਦੇ ਪਹਾੜ ਦਿਸ ਰਹੇ ਨੇ। ਬਿਲਕੁਲ ਜੀ। ਹਾਂਜੀ। ਔਰ ਸਤਲੁਜ ਦਾ ਪਾਣੀ ਸਾਫ਼ ਹੋ ਗਿਆ ਜੀ। ਹਾਂਜੀ। ਔਰ ਇਹ ਇੱਕ ਇਨਸਾਨ ਦੇ ਕੋਲ ਇਸ ਤਰ੍ਹਾਂ ਦੇ ਜਿਹੜੇ ਕੁਦਰਤੀ ਐਕਸਪੈਰੀਮੈਂਟ, ਮੈਂ ਕਹਾਂਗਾ ਕਿ ਕੁਦਰਤ ਵੱਲੋਂ ਕਰਵਾਏ ਗਏ ਐਕਸਪੈਰੀਮੈਂਟ ਸਨ, ਜਿਨ੍ਹਾਂ ਤੋਂ ਇਨਸਾਨ ਨੇ ਬਹੁਤ ਕੁਝ ਸਿੱਖਿਆ
ਕਿਉਂਕਿ ਇੱਕ ਵਾਰੀ ਅਸੀਂ ਕਹਿੰਦੇ ਹਾਂ ਕਿ ਪੋਲਿਊਸ਼ਨ ਇੰਨੀ ਹੋ ਚੁੱਕੀ, ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ, ਲੇਕਿਨ ਕੁਦਰਤ ਨੇ ਦੱਸਦਾ ਕਿ ਇਹ ਕਾਬੂ ਜਿਹੜਾ ਹੈ ਇਹ ਸ਼ਾਇਦ 20 ਦਿਨਾਂ ਦੇ ਵਿੱਚ ਹੀ ਪਾਇਆ ਜਾ ਸਕਦਾ। ਬਿਲਕੁਲ ਜੀ। ਹਾਂਜੀ, ਸੋ ਇਸ ਦੇ ਨਾਲ ਮੈਂ ਸਮਝਦਾ ਕਿ ਜਿਹੜਾ ਸਮਾਂ ਹੈ ਜੀ, ਹਾਂਜੀ, ਇਹਦੇ ਵਿੱਚ ਤਬਦੀਲੀ ਪਿਛਲੇ 40-50 ਸਾਲ ਤੋਂ ਹਰ ਤਬਦੀਲੀ ਦੀ ਜਿਹੜੀ ਰਫ਼ਤਾਰ ਹੈ, ਹਾਂਜੀ, ਜਿਹੜੀ ਉਹਦੀ ਐਕਸਲਰੇਸ਼ਨ ਹੈ, ਹਾਂਜੀ, ਉਹਦਾ ਰੇਟ ਬਹੁਤ ਵੱਧਦਾ ਹੈ। ਬਹੁਤ ਛੇਤੀ ਜਿਹੜੀਆਂ ਚੀਜ਼ਾਂ ਤਬਦੀਲੀ ਆਉਂਦੀ ਹੈ ਤੇ ਉਸ ਤਬਦੀਲੀ ਦੇ ਵਿੱਚ ਪਤਾ ਨਹੀਂ ਅੱਗੇ ਕੀ ਦੇਖਣਾ ਹੈ। ਤਾਂ ਮੈਂ ਸਮਝਦਾ ਕਿ ਸਮੁੱਚੀ ਦੁਨੀਆ ਲਈ ਇੱਕ ਚੰਗੀ ਐਕਸਰਸਾਈਜ਼ ਵੀ ਹੈ ਕਿ ਕੱਲ੍ਹ ਨੂੰ ਕਿਸੇ ਹੋਰ ਆਪਦਾ ਦਾ ਪ੍ਰਮਾਤਮਾ ਨਾ ਕਰੇ ਅਗਰ ਸਾਹਮਣਾ ਕਰਨਾ ਪੈਂਦਾ ਹੈ ਤਾਂ ਇੱਕ ਪ੍ਰੋਟੋਟਾਈਪ ਮਾਡਲ ਜ਼ਰੂਰ ਦੁਨੀਆ ਦੇ ਪਾਸ ਹੈ ਕਿ ਕੀ ਕੀਤਾ ਜਾ ਸਕਦਾ ਹੈ। ਹਾਊ ਵੀ ਕੈਨ ਸੇਵ ਦੀ ਹਿਊਮੈਨਿਟੀ। ਹਾਂਜੀ, ਕਿਉਂਕਿ ਮੈਂ ਇੱਕ ਬੜੀ ਇੰਟਰਸਟਿੰਗ ਗੱਲ ਸੁਣੀ ਸੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਇਹ ਡਿਸੀਜਨ ਲਏ, ਤੇ ਉਹਨੇ ਬੜਾ ਸਪਸ਼ਟ ਕਿਹਾ, ਕਿਉਂਕਿ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਬੜੀ ਬੇਬਾਕ ਸੀ। ਉਹ ਕਹਿੰਦੇ ਦੇਖੋ, ਕਿਸੇ ਪ੍ਰਾਈਮ ਮਿਨਿਸਟਰ ਦੇ ਮੈਨੂਅਲ ਦੇ ਵਿੱਚ ਇਹ ਕੋਈ ਗਾਈਡਲਾਈਨ ਨਹੀਂ ਲਿਖੀ ਸੀ ਕਿ ਇਸ ਤਰ੍ਹਾਂ ਦੀ ਸਥਿਤੀ ਆਵੇ ਤੇ ਕੀ ਕਰਨਾ ਹੈ। ਬਿਲਕੁਲ ਜੀ। ਉਹ ਕਹਿੰਦੇ ਮੈਂ ਤਾਂ ਸਿਰਫ ਜਿਹੜੇ ਸਾਡੇ ਮੈਡੀਕਲ ਸਟਾਫ ਹੈ, ਜਿਹੜੇ ਸਾਡੇ ਡਾਕਟਰ ਨੇ, ਜੋ ਉਹਨਾਂ ਨੇ ਕਿਹਾ ਮੈਂ ਉਹਨੂੰ ਫੋਲੋ ਕਰਨ ਦਾ ਯਤਨ ਕੀਤਾ। ਬਿਲਕੁਲ ਜੀ, ਅਨਐਕਸਪੈਕਟਡ ਸੀਗਾ, ਅਨਐਕਸਪੈਕਟਡ ਸੀਗਾ। ਸੋ ਦੁਨੀਆ ਦੇ ਵਿੱਚ ਬਹੁਤ ਕੁਝ ਅਨਐਕਸਪੈਕਟਡ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਠੀਕ ਹੈ, ਨੈਗੇਟਿਵਿਟੀ ਬਹੁਤ ਹੋਈ, ਨੁਕਸਾਨ ਹੋਇਆ, ਜੌਬਾਂ ਗਈਆਂ, ਸਭ ਤੋਂ ਵੱਡੀ ਗੱਲ ਜਾਨਾਂ ਗਈਆਂ ਨੇ। ਹਾਂਜੀ, ਬਿਲਕੁਲ ਜੀ। ਮੈਂ ਡਾਟਾ ਇੱਥੇ ਤੁਹਾਨੂੰ ਦੇ ਦਿੰਦਾ ਥੋੜਾ ਜਿਹਾ। ਬਿਲਕੁਲ ਜੀ। ਲਗਭਗ 80 ਮਿਲੀਅਨ ਕੇਸ ਜਿਹੜੇ ਨੇ ਜੀ ਵਰਲਡ ਵਾਈਡ ਹੋਏ ਨੇ ਕੋਵਿਡ ਦੇ ਹੁਣ ਤੱਕ। ਹਾਂਜੀ, ਔਰ 1.7 ਮਿਲੀਅਨ ਠੀਕ ਹੈ ਜੀ ਡੈਥ ਹੋਈਆਂ ਨੇ ਜੀ। ਬਹੁਤ ਵੱਡਾ ਨੰਬਰ, ਇੱਕ ਬਹੁਤ ਵੱਡੀ ਗਿਣਤੀ ਹੈ ਜੀ। ਔਰ ਇਹਦੇ ਵਿੱਚੋਂ ਬਹੁਤਾਤ ਜਿਹੜੀ ਹੈ ਜੀ ਅਮਰੀਕਨਸ ਦੀ ਆ। ਬਿਲਕੁਲ ਜੀ, 2 ਲੱਖ ਦੇ ਕਰੀਬ ਉੱਥੇ ਮੌਤਾਂ ਹੋ ਚੁੱਕੀਆਂ, ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਹਾਂਜੀ ਭਾਜੀ, ਜਿਹੜੀ ਗੱਲਬਾਤ ਅੱਗੇ ਤੋਰਦੇ ਹਾਂ ਆਪਾਂ, ਅਮਰੀਕਾ ਦੇ ਨਾਲ ਰਿਲੇਟਡ ਕਾਫੀ ਖਬਰਾਂ ਨੇ ਜੀ। ਹਾਂਜੀ, ਇੱਕ ਖਬਰ ਆਈ ਸੀ ਜੀ ਮਈ ਦੇ ਮਹੀਨੇ ਦੇ ਵਿੱਚ। ਠੀਕ ਹੈ ਜੀ। ਬਲੈਕ ਲਾਈਵਸ ਮੈਟਰ ਬੜਾ ਮਸ਼ਹੂਰ ਲੋਗੋ ਹੋ ਗਿਆ ਸੀਗਾ ਇਹ। ਹਾਂਜੀ, ਚਰਚਾ ਦਾ ਵਿਸ਼ਾ ਸੀਗਾ ਸਾਰੀ ਦੁਨੀਆ ਦੇ ਵਿੱਚ। ਬਿਲਕੁਲ ਜੀ। ਔਰ ਮਸਲਾ ਸੀਗਾ ਜੀ ਜਾਰਜ ਫਲੋਇਡ ਨਾਂ ਦਾ ਇੱਕ ਕਾਲੇ ਰੰਗ ਦਾ ਇਨਸਾਨ, ਹਾਂਜੀ, ਜਿਸ ਦੀ ਅਮਰੀਕਨ ਪੁਲਿਸ ਵੱਲੋਂ ਪਤਾ ਨਹੀਂ ਕਹਿ ਸਕਦੇ ਆਪਾਂ ਪਲਾਨ ਨਾ ਪਲਾਨ ਹੱਤਿਆ ਹੋ ਗਈ। ਹਾਂਜੀ, ਸੋ ਉਸ ਸਾਰੇ ਮੂਵਮੈਂਟ ਨੇ ਇੱਕ ਬੜਾ ਲੰਬਾ ਚੌੜਾ ਰੂਪ ਧਾਰਨ ਕਰ ਲਿਆ। ਰੇਸਿਜ਼ਮ ਦੇ ਅਗੇਂਸਟ ਪ੍ਰੋਟੈਸਟ ਜਿਹੜੇ ਨੇ ਸਾਰੀ ਦੁਨੀਆ ਵਿੱਚ ਹੁਣ ਸ਼ੁਰੂ ਹੋ ਗਏ ਸੀਗੇ। ਹਾਂਜੀ, ਇਹ ਸਾਰਾ ਇਨਸੀਡੈਂਟ ਹੈ ਕੀ ਸੀ ਵੈਸੇ? ਮੇਰੀ ਸਮਝ ਮੁਤਾਬਕ ਜੀ ਇਹ ਕੋਈ ਸਿਰਫ ਇਹੀ ਘਟਨਾ ਨਹੀਂ ਸੀ। ਇਹ ਗੱਲ ਠੀਕ ਹੈ ਕਿ ਕੋਈ ਇੱਕ ਇਵੈਂਟ ਜਾਂ ਇੱਕ ਘਟਨਾ ਜਿਹੜੀ ਹੈ ਉਸ ਹਾਈਲਾਈਟ ਹੋ ਜਾਂਦੀ ਹੈ, ਉਹ ਹਾਈਲਾਈਟ ਵੀ ਹੁੰਦੀ ਹੈ ਤੇ ਸਮਹਾਉ ਕਿਸੇ ਤਰ੍ਹਾਂ ਆਮ ਜਨਤਾ ਜਿਹੜੀ ਹੈ ਉਸ ਤੇ ਰਿਐਕਟ ਕਰਦੀ ਹੈ ਤੇ ਫਿਰ ਉਹ ਇੱਕ ਵਿਸ਼ਾਲ ਜਿਹੜਾ ਪ੍ਰੋਟੈਸਟ ਹੈ ਉਹਦਾ ਰੂਪ ਧਾਰਨ ਕਰ ਲੈਂਦੀ, ਜੁੜ ਜਾਂਦੀ ਉਹਦੇ ਨਾਲ। ਲੇਕਿਨ ਅਮਰੀਕਾ ਦੀ ਅਗਰ ਹਿਸਟਰੀ ਅਸੀਂ ਫੋਲਦੇ ਹਾਂ ਰੇਸਿਜ਼ਮ ਦੇ ਨਾਂ ਤੇ, ਖਾਸ ਕਰਕੇ ਜਿਹੜੇ ਕਾਲੀ ਨਸਲ ਦੇ ਲੋਕ ਨੇ ਉਹਨਾਂ ਦੇ ਖਿਲਾਫ, ਉਹਦੀ ਇੱਕ ਆਪਣੀ ਹਿਸਟਰੀ ਹੈ, ਬਹੁਤ ਪੁਰਾਣੀ ਹਿਸਟਰੀ ਹੈ। ਬਹੁਤ ਤਸ਼ੱਦਦ ਵੀ ਹੋਇਆ ਹੈ, ਬਹੁਤ ਸਾਰਾ ਸਿਵਲ ਵਾਰ ਚੱਲੀ ਜੀ ਉੱਥੇ, ਬਹੁਤ ਸਿਵਲ ਵਾਰ ਚੱਲੀ ਹੈ। ਸੋ ਇਹ ਤਕਰੀਬਨ ਗਾਹੇ ਬਗਾਹੇ ਹਾਂਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਅਮਰੀਕਾ ਦੇ ਵਿੱਚ ਹੁੰਦੀਆਂ ਨੇ। ਹਾਂਜੀ, ਲੇਕਿਨ ਮੈਨੂੰ ਲੱਗਦਾ ਹੈ ਕਿ ਇਸ ਪਰਟੀਕੂਲਰ ਘਟਨਾ ਨੂੰ ਲੈ ਕੇ ਜਿਹੜੀ ਇਹ ਸਾਰੀ ਦੁਨੀਆ ਦੇ ਵਿੱਚ ਇਸ ਦਾ ਪ੍ਰਤੀਕਰਮ ਹੋਇਆ, ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਹੋਇਆ। ਉਹਦਾ ਕਾਰਨ ਸ਼ਾਇਦ ਇਹ ਵੀ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਸਨ, ਹਾਂਜੀ, ਉਹਨਾਂ ਦੇ ਵੱਲੋਂ ਕੀਤੀ ਗਈ ਬਿਆਨਬਾਜ਼ੀ, ਜੋ ਉਹਨਾਂ ਨੇ ਇਸ ਘਟਨਾ ਤੋਂ ਬਾਅਦ ਆਪਣੇ ਪ੍ਰਤੀਕਰਮ ਦਿੱਤੇ, ਸ਼ਾਇਦ ਉਸ ਚੀਜ਼ ਨੇ ਇਸ ਗੱਲ ਨੂੰ ਹੋਰ ਵਧੇਰੇ ਗੰਭੀਰ ਬਣਾ ਦਿੱਤਾ। ਬਿਲਕੁਲ। ਸੋ ਇਹ ਇੱਕ ਕਾਰਨ ਮੈਨੂੰ ਲੱਗਦਾ ਕਿ ਜਿਹਦੇ ਕਰਕੇ ਇਹ ਜਿਹੜੀ ਘਟਨਾ ਹੈ ਪੂਰੀ ਦੁਨੀਆ 'ਚ ਜ਼ਿਆਦਾ ਹਾਈਲਾਈਟ ਹੋਈ। ਔਰ ਮੈਂ ਨੋਟ ਕਰ ਰਿਹਾ ਸੀਗਾ ਜੀ, ਜਿਹੜੀ ਸਾਰੀ ਘਟਨਾਕ੍ਰਮ ਸੀਗਾ, ਹਾਂਜੀ, ਜਿੰਨੇ ਵੀ ਪ੍ਰੋਟੈਸਟ ਹੋਏ ਸੀਗੇ, ਇਹ ਕੁਝ ਉਹਨਾਂ ਵਿੱਚੋਂ ਪੀਸਫੁਲ ਸੀਗੇ, ਕੁਝ ਵਾਇਲੈਂਟ ਵੀ ਹੋ ਗਏ ਸੀਗੇ। ਅਮਰੀਕਾ ਦੇ ਵਿੱਚ ਜੀ ਅਕਸਰ ਪ੍ਰੋਟੈਸਟ ਜਿਹੜੇ ਨੇ ਉਹ ਵਾਇਲੈਂਟ ਹੋ ਜਾਂਦੇ ਨੇ। ਇਹ ਚੀਜ਼ ਅਸੀਂ ਇੰਡੀਆ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਜਿਹੜੇ ਪ੍ਰੋਟੈਸਟ ਨੇ ਉਹਨਾਂ ਵਿੱਚ ਤੋੜ ਭੰਨ ਕੀਤੀ ਜਾਂਦੀ ਹੈ, ਸਰਕਾਰੀ ਪ੍ਰਾਪਰਟੀ ਦੀ ਤੋੜ ਭੰਨ ਖਾਸ ਕਰਕੇ ਕੀਤੀ ਜਾਂਦੀ, ਪਬਲਿਕ ਪ੍ਰਾਈਵੇਟ ਦੀ ਵੀ ਹੁੰਦੀ ਹੈ, ਟ੍ਰੇਨਾਂ ਨੂੰ, ਬੱਸਾਂ ਨੂੰ। ਹਾਂਜੀ, ਲੇਕਿਨ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਟੈਸਟ ਹੁੰਦੇ ਨੇ ਉਹਨਾਂ ਦੇ ਵਿੱਚ ਤੋੜ ਭੰਨ ਦੇ ਨਾਲ ਲੁੱਟਮਾਰ ਵੀ ਲੁੱਟ ਖੋਹ ਹੋ ਜਾਂਦੀ ਹੈ। ਹਾਂਜੀ, ਸੋ ਇਹ ਅਕਸਰ ਹੀ ਦੇਖਿਆ ਗਿਆ ਕਿ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਤੇ ਮੈਨੂੰ ਨਹੀਂ ਪਤਾ ਕਿ ਜਿਹੜੇ ਲੋਕ ਪ੍ਰੋਟੈਸਟ ਕਰਦੇ ਨੇ ਉਹੀ ਲੁੱਟਮਾਰ ਕਰਦੇ ਨੇ, ਜਾਂ ਫਿਰ ਜਦੋਂ ਪ੍ਰੋਟੈਸਟ ਹੁੰਦਾ ਹੈ ਤਾਂ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਜਿਹੜੇ ਲੁੱਟਮਾਰ ਕਰਨਾ ਚਾਹੁੰਦੇ ਨੇ ਉਹ ਉਹਦੇ ਵਿੱਚ ਸ਼ਾਮਿਲ ਹੋ ਕੇ ਲੁੱਟਮਾਰ ਕਰਦੇ ਨੇ, ਮੌਕਾ ਮਿਲ ਜਾਂਦਾ ਉਹਨਾਂ ਨੂੰ। ਇਹ ਕਾਫੀ ਵੱਡਾ ਪ੍ਰੋਟੈਸਟ ਐਡਮਿੰਟਨ ਦੇ ਵਿੱਚ ਵੀ ਹੋਇਆ ਸੀਗਾ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਡੈਮੋਨਸਟ੍ਰੇਟਰ ਸੀਗੇ, ਪ੍ਰੋਟੈਸਟਰ ਸੀਗੇ, ਜਿਹੜੇ ਡਾਊਨਟਾਊਨ ਦੇ ਵਿੱਚ ਇਕੱਤਰ ਹੋਏ ਸੀਗੇ। ਕੋਵਿਡ ਦਾ ਮਾਹੌਲ ਉਦੋਂ ਵੀ ਸੀਗਾ ਜੀ। ਹਾਂਜੀ, ਔਰ ਕਾਫੀ ਵੱਡਾ ਪ੍ਰੋਟੈਸਟ ਹੋਇਆ ਸੀਗਾ।
ਬਿਲਕੁਲ ਜੀ, ਬਿਲਕੁਲ। ਕੈਨੇਡਾ ਦੇ ਵਿੱਚ ਕਿਉਂਕਿ ਸਾਡਾ ਗੁਆਂਢੀ ਮੁਲਕ ਹੈ ਅਮਰੀਕਾ, ਬਿਲਕੁਲ। ਔਰ ਕੈਨੇਡਾ ਦੇ ਵਿੱਚ ਸਾਰੇ ਸ਼ਹਿਰਾਂ ਦੇ ਕੈਨੇਡਾ ਦੇ ਵਿੱਚ ਹੀ ਹਾਂਜੀ। ਇਹਦਾ ਪ੍ਰਤੀਕਰਮ ਹੋਇਆ ਜੀ, ਔਰ ਸਾਰੀ ਦੁਨੀਆ ਦੇ ਵਿੱਚ ਹੋਇਆ ਜੀ। ਬਿਲਕੁਲ। ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਅਮਰੀਕਾ ਦੇ ਵਿੱਚ ਜਿਹੜੇ ਡੋਨਲਡ ਟਰੰਪ ਸਾਹਿਬ ਸੀਗੇ, ਹਾਂਜੀ, ਉਹ ਸ਼ੁਰੂ ਤੋਂ ਵੈਸੇ ਤੇ ਇਦਾਂ ਦੇ ਬਿਆਨਬਾਜ਼ੀ ਕਰ ਜਾਂਦੇ ਨੇ ਹਾਂਜੀ, ਕਿ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਬਿਆਨਬਾਜ਼ੀ ਆ ਉਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਜੀ। ਹਾਂਜੀ, ਤੇ ਇਦਾਂ ਦੀ ਗੱਲਬਾਤ ਦੇ ਕਰਕੇ ਉਹਨਾਂ ਉੱਪਰ ਇੱਕ ਵਾਰ ਇੰਪੀਚਮੈਂਟ ਦਾ ਪ੍ਰੋਸੈਸ ਵੀ ਸ਼ੁਰੂ ਹੋ ਗਿਆ ਜੀ। ਬਿਲਕੁਲ ਜੀ। ਜਿਵੇਂ ਤੁਸੀਂ ਕਹਿ ਰਹੇ ਸੀ 2020 ਦੀਆਂ ਜਿਹੜੀਆਂ ਪ੍ਰਮੁੱਖ ਘਟਨਾਵਾਂ ਹਾਂਜੀ। ਨੇ, ਉਹਦੇ ਵਿੱਚ ਇੱਕ ਜਿਹੜੀ ਇਹ ਪ੍ਰਮੁੱਖ ਘਟਨਾ ਹੈ, ਹਾਂਜੀ, ਕਿਉਂਕਿ ਹਾਂਜੀ। ਕਿਸੇ ਮੁਲਕ ਦਾ ਜਿਹੜਾ ਰਾਸ਼ਟਰਪਤੀ ਹੈ ਉਸ ਨੂੰ ਹਾਂਜੀ। ਇੰਪੀਚਮੈਂਟ ਦੇ ਲਈ ਅਗਰ ਉਹਨੂੰ ਜਿਹੜਾ ਕਟਹਿਰੇ 'ਚ ਖੜਾ ਕੀਤਾ ਜਾਂਦਾ ਹੈ, ਤੇ ਡੋਨਲਡ ਟਰੰਪ ਦੇ ਵੀ ਇਹ ਜਿਹੜੇ ਹਾਲਾਤ ਉਹਨਾਂ ਨੂੰ ਵੀ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਬਿਲਕੁਲ। ਲੇਕਿਨ ਕਾਮਯਾਬੀ ਨਹੀਂ ਮਿਲ ਸਕੀ ਆਪੋਜੀਸ਼ਨ ਨੂੰ, ਜਾਂ ਜਿਹੜੇ ਵੀ ਲੋਕ ਉਹਨਾਂ ਨੂੰ ਇੰਪੀਚ ਕਰਨਾ ਚਾਹੁੰਦੇ ਸਨ। ਲੇਕਿਨ ਬਿਨਾਂ ਸ਼ੱਕ ਉਹਨਾਂ ਦੇ ਵਿੱਚ ਵੱਖ-ਵੱਖ ਕਾਰਨਾਂ ਕਰਕੇ, ਜਿੱਥੇ ਉਹਨਾਂ ਨੇ ਮੇਨ ਜਿਹੜਾ ਮੁੱਦਾ ਸੀ ਹਾਂਜੀ। ਉਹ obstruction of justice ਸੀਗਾ, ਬਿਲਕੁਲ। obstruction of Congress and ਹਾਂਜੀ। abuse of power, yes। ਐਂਡ ਅਬਿਊਜ਼ ਆਫ ਪਾਵਰ, ਉਹਦੇ ਵਿੱਚ ਉਹਨਾਂ ਨੂੰ ਇੰਪੀਚਮੈਂਟ ਦਾ ਸਾਹਮਣਾ ਕਰਨਾ ਪਿਆ, ਲੇਕਿਨ ਉਹ ਸਾਬਤ ਨਹੀਂ ਹੋ ਸਕਿਆ। ਬਿਲਕੁਲ ਜੀ। ਔਰ ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਇੰਪੀਚਮੈਂਟ ਦਾ ਪ੍ਰੋਸੈਸ ਹੈ ਜੀ, ਪੰਜਾਬੀ 'ਚ ਇਹਨੂੰ ਅਸੀਂ ਮਹਾਦੋਸ਼ ਕਹਿ ਦਿੰਦੇ ਹਾਂ। ਹਾਂਜੀ, ਔਰ ਅਮਰੀਕਾ ਦੇ ਵਿੱਚ 2 ਹੋਰ ਵੀ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਉੱਪਰ ਇਹ ਇੰਪੀਚਮੈਂਟ ਦਾ ਪ੍ਰੋਸੈਸ ਸ਼ੁਰੂ ਕੀਤਾ ਗਿਆ ਸੀ। ਹਾਂਜੀ, ਇੱਕ ਸੀ ਜੀ ਐਂਡਰਿਊ ਜੌਨਸਨ ਸਾਹਿਬ, ਹਾਂਜੀ, ਔਰ ਦੂਸਰੇ ਸੀਗੇ ਬਿਲ ਕਲਿੰਟਨ। ਬਿਲ ਕਲਿੰਟਨ ਸਾਹਿਬ। ਪਰ ਬਿਲਕੁਲ, ਉੱਥੇ ਇਹ ਪ੍ਰੋਸੈਸ ਕੰਪਲੀਟ ਨਹੀਂ ਹੋ ਪਾਇਆ। ਹਾਂਜੀ, ਬਿਲਕੁਲ। ਵੈਸੇ ਤਾਂ ਇੱਕ ਬਹੁਤ ਵਧੀਆ ਇੱਕ ਹਥਿਆਰ ਆ ਉੱਥੇ, ਇਹ ਕਹਿ ਲਓ ਵੀ ਇੱਕ ਬੈਲੈਂਸ ਬਣਾਉਣ ਦੇ ਲਈ ਅਮਰੀਕਨ ਕਨਸਟੀਟਿਊਸ਼ਨ ਨੂੰ ਨਾ ਜੀ ਉਹਨਾਂ ਨੇ ਇਸ ਤਰ੍ਹਾਂ ਫਰੇਮ ਕੀਤਾ ਹੋਇਆ ਵਾ ਹਾਂਜੀ। ਕਿ ਚੈਕਸ ਐਂਡ ਬੈਲੈਂਸਸ ਰੱਖੇ ਨੇ। ਬਿਲਕੁਲ ਜੀ। ਸੋ ਇਹ ਇੱਕ ਕਾਂਗਰਸ ਦੇ ਹੱਥ ਦੇ ਵਿੱਚ ਕਹਿ ਲਓ, ਜਾਂ ਅਮਰੀਕਨ ਜਿਹੜੀ ਪਾਰਲੀਮੈਂਟ ਆ ਉਹਦੇ ਹੱਥਾਂ ਦੇ ਵਿੱਚ ਇੱਕ ਬੈਲੈਂਸ ਆ, ਹਾਊ ਟੂ ਕੰਟਰੋਲ ਦੀ ਲਾਈਕ ਪਾਵਰਸ ਆਫ ਪ੍ਰੈਜ਼ੀਡੈਂਟ। ਬਿਲਕੁਲ, ਕਿਉਂਕਿ ਮੈਨੂੰ ਲੱਗਦਾ ਕਿ ਅਮਰੀਕਾ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਕੋਲ ਬਿਲਕੁਲ ਅਥਾਹ ਪਾਵਰਸ ਨੇ। ਬਿਲਕੁਲ। ਤੇ ਜਦੋਂ ਕਿਸੇ ਵਿਅਕਤੀ ਨੂੰ ਤੁਸੀਂ ਇੰਨੀ ਪਾਵਰ ਦਿੰਦੇ ਆ ਤਾਂ ਉਹਦੇ ਫਿਰ ਚੈਕਸ ਐਂਡ ਬੈਲੈਂਸਸ ਜਿਹੜੇ ਨੇ ਉਹ ਰੱਖਣੇ ਜ਼ਰੂਰੀ ਹੋ ਉਹ ਜਾਂਦੇ ਨੇ। ਜ਼ਰੂਰੀ ਵੀ ਨੇ। ਬਿਲਕੁਲ। ਹਾਂਜੀ, ਭਾਜੀ ਹੋਰ ਵੀ ਕਾਫੀ ਮਸਲੇ ਨੇ, ਕੁਝ ਰਾਸ਼ਟਰੀ ਮਸਲੇ ਨੇ, ਕੁਝ ਅੰਤਰਰਾਸ਼ਟਰੀ ਮਸਲੇ ਨੇ। ਠੀਕ ਹੈ ਜੀ। ਉਹਨਾਂ ਨੂੰ ਅਸੀਂ ਜ਼ਿਕਰ ਕਰਦੇ ਸਾਰਿਆਂ ਦਾ। ਇੱਥੇ ਇੱਕ ਬ੍ਰੇਕ ਲੈ ਲੈਂਦੇ ਜੀ। ਬਿਲਕੁਲ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਆਪ ਜੀ ਦਾ ਫਿਰ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਭਾਜੀ ਗੁਰਿੰਦਰ ਸਿੰਘ ਜੀ ਦੇ ਨਾਲ। ਹਾਂਜੀ, ਭਾਜੀ ਅਮਰੀਕਨ ਪ੍ਰੈਜ਼ੀਡੈਂਟ ਨਾਲ ਰਿਲੇਟਡ ਗੱਲਬਾਤ ਚੱਲ ਰਹੀ ਸੀਗੀ। ਬਿਲਕੁਲ ਜੀ। ਇੱਕ ਬੜੀ ਮੇਜਰ ਇਵੈਂਟ ਹੋਈ ਹੈ ਰੀਸੈਂਟਲੀ, ਔਰ ਸਾਰੀ ਦੁਨੀਆ ਦੀ ਨਜ਼ਰ ਸੀ ਉਹਦੇ ਉੱਪਰ। ਹਾਂਜੀ, ਉਹ ਸੀ ਅਮਰੀਕਨ ਪ੍ਰੈਜ਼ੀਡੈਂਟ ਦਾ ਇਲੈਕਸ਼ਨ। ਬਿਲਕੁਲ ਜੀ। ਕਾਫੀ ਕੰਟਰੋਵਰਸੀਜ਼ ਰਹੀਆਂ, ਕਾਫੀ ਉਤਾਰ ਚੜਾਅ ਵੀ ਵੇਖਣ ਨੂੰ ਮਿਲੇ। ਹਾਂਜੀ। ਸੋ ਇਹ ਜਿਹੜਾ ਸਾਰਾ ਘਟਨਾਕ੍ਰਮ ਸੀਗਾ, ਇਸ ਨੂੰ ਕਿਵੇਂ ਦੇਖਦੇ ਤੁਸੀਂ? ਅਮਰੀਕਨ ਇਲੈਕਸ਼ਨ ਦੇ ਵਿੱਚ ਇੰਟਰਸਟ ਤੇ ਸਾਰੀ ਦੁਨੀਆ ਦਾ ਹੁੰਦਾ ਹੈ ਜੀ, ਬਿਨਾਂ ਸ਼ੱਕ। ਔਰ ਕਿਉਂਕਿ ਡੋਨਲਡ ਟਰੰਪ ਦਾ ਜੋ ਰਾਜ ਕਰਨ ਦਾ ਤਰੀਕਾ ਸੀ, ਜਿਸ ਤਰ੍ਹਾਂ ਉਹਨਾਂ ਨੇ 4 ਸਾਲ ਕੱਢੇ ਨੇ, ਹਾਂਜੀ, ਉਹਨਾਂ ਨੇ ਇਸ ਨੂੰ ਹੋਰ ਵੀ ਜ਼ਿਆਦਾ ਇੰਟਰਸਟਿੰਗ ਬਣਾ ਦਿੱਤਾ ਸੀ। ਹਾਂਜੀ, ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਗੱਲ 'ਤੇ ਸੀ ਕਿ ਕੀ ਟਰੰਪ ਦੁਬਾਰਾ ਜਿਹੜੇ ਨੇ ਉਹ ਰਾਸ਼ਟਰਪਤੀ ਬਣਦੇ ਨੇ। ਔਰ ਉਸ ਦੇ ਵਿੱਚ ਜਿਵੇਂ ਕਿ ਮੇਰੇ ਖਿਆਲ ਸਾਡੇ ਸਰੋਤੇ ਜਾਣਦੇ ਨੇ ਕਿ ਅਮਰੀਕਨ ਮੀਡੀਆ ਜਾਂ ਵਰਲਡ ਮੀਡੀਆ ਜਿਹੜਾ ਓਵਰਸੀ, ਜਿਹੜਾ ਮੇਨ ਸਟ੍ਰੀਮ ਮੀਡੀਆ ਵਰਲਡ ਦਾ, ਹਾਂਜੀ, ਉਹਨਾਂ ਵੱਲੋਂ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਟਰੰਪ ਦੇ ਕੋਲ ਬਹੁਤ ਜ਼ਿਆਦਾ ਚਾਂਸਸ ਨਹੀਂ ਹੈ। ਹਾਂਜੀ। ਲੇਕਿਨ ਮੇਰੀ ਆਪਣੀ ਰਾਏ ਦੇ ਮੁਤਾਬਕ ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਬਹੁਤ ਫਸਵੀਂ ਟੱਕਰ ਦਿੱਤੀ ਹੈ। ਕਾਂਟੇ ਕੀ ਟੱਕਰ ਸੀ ਜੀ, ਬਿਲਕੁਲ। ਉਹਨਾਂ ਨੇ ਜਿਹੜੇ ਉਹਨਾਂ ਦੇ ਸਪੋਰਟਰ ਨੇ ਨਾ ਜੀ, ਉਹਨਾਂ ਨੇ ਇੱਕ ਵਾਰ ਇਹ ਸ਼ੋਅ ਕਰ ਦਿੱਤਾ ਕਿ ਉਹ ਜੋ ਮਰਜ਼ੀ ਹੋ ਜਾਏ ਉਹਨਾਂ ਨੂੰ ਸਪੋਰਟ ਕਰਦੇ ਰਹਿਣਗੇ। ਹਾਰਡਕੋਰ ਸਪੋਰਟਰ ਨੇ ਜੀ। ਹਾਰਡਕੋਰ ਸਪੋਰਟਰ ਨੇ। ਹਾਂਜੀ। ਤਾਂ ਉਹਦੇ ਨਾਲ ਇਲੈਕਸ਼ਨ ਇੰਨੀ ਕੁ ਇੰਟਰਸਟਿੰਗ, ਜਾਂ ਉਸ ਦੇ ਰਿਜ਼ਲਟ ਹੁਣ ਤੱਕ ਵੀ ਅਮਰੀਕਾ ਦੇ ਵਿੱਚ ਬਹੁਤ ਘੱਟ ਇਸ ਤਰ੍ਹਾਂ ਦੀ ਈਵੈਂਟਸ ਹੋਏ ਨੇ ਜਿਹੜੀਆਂ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨ ਹੋਈਆਂ ਨੇ। ਕਿਉਂਕਿ ਜਿਹੜਾ ਵਿਅਕਤੀ ਇਲੈਕਸ਼ਨ ਹਾਰਦਾ ਹੈ, ਉਹ ਜਦੋਂ ਹਾਰ ਆਪਣੀ ਜਿਹੜੀ ਕੰਸੀਡ ਕਰ ਦਿੰਦਾ ਹੈ ਦੂਸਰੇ ਨੂੰ, ਤੇ ਉਹ ਫਿਰ ਫੋਨ ਕਰਕੇ ਉਹਨੂੰ ਵਧਾਈ ਦਿੰਦਾ ਤੇ ਨਾਲ ਕਹਿੰਦਾ ਵੀ ਮੈਂ ਮੰਨ ਲਿਆ, ਮੈਂ ਕੰਸੀਡ ਕਰਦਾ ਕਿ ਤੂੰ ਰਾਸ਼ਟਰਪਤੀ ਹੈ। ਠੀਕ ਹੈ ਜੀ। ਲੇਕਿਨ ਡੋਨਲਡ ਟਰੰਪ ਨੇ ਇਹ ਅਜੇ ਤੱਕ ਨਹੀਂ ਕੀਤਾ। ਆਪਣੀ ਅੜੀ ਵਾਸਤੇ ਜਾਣੇ ਜਾਂਦੇ ਨੇ। ਹਾਂਜੀ, ਇਹ ਕੋਈ ਰਿਕੁਆਇਰਮੈਂਟ ਨਹੀਂ ਹੈ। ਇੱਕ ਰਸਮੀ ਕਟਸੀ ਗੱਲ ਹੈ ਜਿਹੜੀ ਕਿ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨਾਂ ਪਈਆਂ ਹੋਈਆਂ ਨੇ ਉਹਦੇ ਵਿੱਚ ਇਹਨਾਂ ਲੋਕਾਂ ਨੇ ਉਹ ਫੋਲੋ ਕੀਤਾ। ਹਾਂਜੀ, ਸ਼ਿਸ਼ਟਾਚਾਰ ਕਹਿੰਦੇ। ਇਹ ਸ਼ਿਸ਼ਟਾਚਾਰ ਦੀ ਗੱਲ। ਬਿਲਕੁਲ। ਕਿਉਂਕਿ ਈਵਨ ਡੋਨਲਡ ਟਰੰਪ ਨੂੰ ਹਿਲਰੀ ਕਲਿੰਟਨ ਨੇ ਫੋਨ ਕਰਕੇ ਵਧਾਈ ਦਿੱਤੀ ਸੀ। ਉਹ ਇਲੈਕਸ਼ਨ ਵੀ ਬੜੀ ਫਸਮੀ ਸੀ। ਬਿਲਕੁਲ। ਲੇਕਿਨ ਉਹਨਾਂ ਨੇ ਵਧਾਈ ਦਿੱਤੀ ਸੀ। ਹਾਂਜੀ। ਲੇਕਿਨ ਡੋਨਲਡ ਟਰੰਪ ਉਹਨਾਂ ਨੇ ਅਜੇ ਤੱਕ ਵਧਾਈ ਨਹੀਂ ਦਿੱਤੀ। ਸੋ ਇੰਨੀ ਕੁ ਇਸ ਇਲੈਕਸ਼ਨ ਦਾ ਜਿਹੜਾ ਹੈ ਇਹਦਾ ਇੱਦਾਂ ਦਾ ਪ੍ਰਭਾਵ ਹੈ। ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਸਰੋਤ ਜਿਹੜੇ ਮੀਡੀਆ ਦੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਡੋਨਲਡ ਟਰੰਪ ਇਹ ਗੱਲ ਵੀ ਕਿਤੇ ਨਾ ਕਿਤੇ ਕਹਿ ਰਹੇ ਨੇ
ਕਿ ਠੀਕ ਹੈ, ਕਿਉਂਕਿ ਰੂਲ ਜਿਹੜਾ ਅਮਰੀਕਾ ਦੇ ਵਿੱਚ ਹੈ, ਜਿਹੜੀ ਉਹਨਾਂ ਦੀ ਕਨਸਟੀਟਿਊਸ਼ਨ ਹੈ, ਉਹ ਕਹਿੰਦੀ ਹੈ ਕਿ ਇੱਕ ਵਿਅਕਤੀ 8 ਸਾਲ ਪ੍ਰੈਜ਼ੀਡੈਂਟ ਰਹਿ ਸਕਦਾ ਹੈ। ਹਾਂਜੀ, 2 ਵਾਰ ਤੋਂ ਵੱਧ ਨਹੀਂ। 2 ਵਾਰ ਤੋਂ ਵੱਧ ਨਹੀਂ। ਤਾਂ ਉਹ ਕਹਿੰਦੇ ਨੇ ਕਿ ਠੀਕ ਹੈ, ਮੈਂ ਦੂਜੀ ਵਾਰ ਹੁਣ ਨਹੀਂ ਬਣਿਆ, ਲੇਕਿਨ ਮੇਰੇ ਦੁਬਾਰਾ ਆਉਣ ਦੇ ਚਾਂਸ ਨੇ। 2024 ਚ ਫਿਰ ਇਲੈਕਸ਼ਨ 2024 ਦੇ ਵਿੱਚ ਫਿਰ ਇਲੈਕਸ਼ਨ ਲੜਨਗੇ। ਸੋ ਇਹ ਵੀ ਸ਼ਾਇਦ ਮੈਨੂੰ ਨਹੀਂ ਪਤਾ ਅਮਰੀਕਾ ਦੀ ਹਿਸਟਰੀ ਵਿੱਚ ਇਹ ਹੋਇਆ ਹੋਵੇ। ਹਾਂਜੀ, ਲੇਕਿਨ ਕੁੱਲ ਮਿਲਾ ਕੇ ਅਜੇ ਤੱਕ ਵੀ ਥੋੜ੍ਹਾ ਬਹੁਤਾ ਇਸ ਇਲੈਕਸ਼ਨ ਦਾ ਜਿਹੜਾ ਇੰਟਰਸਟ ਹੈ ਉਹ ਬਰਕਰਾਰ ਹੈ। ਭਾਵੇਂ 20 ਤਰੀਕ ਨੂੰ ਹੁਣ ਲੱਗਦਾ ਹੈ ਕਿ ਜੋ ਬਾਈਡਨ ਹੋਣਾ ਨੇ ਸਹੁੰ ਚੱਕ ਕੇ ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਕਮਾਨ ਜਿਹੜੀ ਹੈ ਉਹ ਸਾਂਭ ਲੈਣੀ 20 ਜਨਵਰੀ ਨੂੰ। ਬਿਲਕੁਲ 20 ਜਨਵਰੀ। ਔਰ ਨਾਲ ਦੇ ਨਾਲ ਉੱਥੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਬਣੇ ਨੇ ਜੀ, ਹਾਂਜੀ, ਕਮਲਾ ਹੈਰਿਸ ਜੀ, ਹਾਂਜੀ, ਉਹ ਵੀ ਪਹਿਲੀ ਵਾਰੀ ਕੋਈ ਫੀਮੇਲ ਵਾਈਸ ਪ੍ਰੈਜ਼ੀਡੈਂਟ ਬਣੇ ਨੇ। ਬਿਲਕੁਲ ਜੀ। ਸੋ ਇਹ ਵੀ ਇੱਕ ਇਤਿਹਾਸਕ ਜਿਹੜੀ ਘਟਨਾ ਹੈ। ਬਿਲਕੁਲ ਜੀ। ਬਹੁਤ ਸਾਰੇ ਜਿਹੜੇ ਦੁਨੀਆ ਦੀਆਂ ਖਾਸ ਕਰਕੇ ਫੀਮੇਲਸ ਜਿਹੜੀਆਂ ਇਹੋ ਜਿਹੀਆਂ ਪੋਜੀਸ਼ਨਾਂ ਦੀ ਤਾਂਘ ਵਿੱਚ ਨੇ ਜਾਂ ਇਹੋ ਜਿਹੀਆਂ ਪੋਜੀਸ਼ਨਾਂ ਦੇ ਉੱਤੇ ਹੋ ਰਹੀਆਂ ਨੇ, ਉਹਨਾਂ ਨੇ ਇਸ ਗੱਲ ਨੂੰ ਜਿਹੜਾ ਉਤਸ਼ਾਹ ਪ੍ਰਗਟ ਕੀਤਾ ਔਰ ਖੁਸ਼ੀ ਪ੍ਰਗਟ ਕੀਤੀ ਹੈ ਕਿ ਅਮਰੀਕਾ ਦੇ ਵਿੱਚ ਵੀ ਇਹ ਤਬਦੀਲੀ ਆ ਰਹੀ ਹੈ। ਕਿਉਂਕਿ ਨਾਰਥ ਅਮਰੀਕਾ ਦੇ ਵਿੱਚ ਇਹ ਥੋੜ੍ਹਾ ਜਿਹਾ ਸਮਝਿਆ ਜਾਂਦਾ ਸੀ ਕਿ ਸ਼ਾਇਦ ਜਿਹੜਾ ਜੈਂਡਰ ਡਿਫਰੈਂਸ ਹੈ ਉਹਦੇ ਵਿੱਚ ਲੋਕ ਥੋੜ੍ਹਾ ਜਿਹਾ ਇਸ ਗੱਲ ਨੂੰ ਬਹੁਤਾ ਧਿਆਨ ਨਹੀਂ ਦਿੰਦੇ। ਭਾਜੀ, ਜਦੋਂ ਇਹ ਕੋਵਿਡ ਦਾ ਪ੍ਰਭਾਵ ਪਿਆ ਦੁਨੀਆ ਦੇ ਉੱਪਰ, ਹਾਂਜੀ, ਤੇ ਕਾਫੀ ਸਾਡੇ ਸੱਜਣ ਜਿਹੜੇ ਨੇ, ਸੈਲੀਬ੍ਰਿਟੀਜ਼ ਖਾਸ ਕਰਕੇ ਜੇਕਰ ਇੰਡੀਆ ਦੀ ਗੱਲ ਕਰੀਏ, ਹਾਂਜੀ, ਉਹ ਸਾਨੂੰ ਵਿਛੋੜਾ ਦੇ ਗਏ ਨੇ। ਹਾਂਜੀ, ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਮੈਂ ਇੱਥੇ। ਠੀਕ ਹੈ ਜੀ। ਭਾਵੇਂ ਉਹ ਕੋਵਿਡ ਕਰਕੇ ਗਏ ਜਾਂ ਕੁਝ ਹੋਰ ਕਾਰਨਾਂ ਕਰਕੇ। ਹਾਂਜੀ, ਜਿਵੇਂ ਸੁਸ਼ਾਂਤ ਸਿੰਘ ਰਾਜਪੂਤ ਜੀ, ਹਾਂਜੀ, ਸਾਡੇ ਹੀਰੋ ਫਿਲਮ, ਹਾਂਜੀ, ਐਕਟਰ ਸੀਗੇ ਜੀ। ਹਾਂਜੀ, ਸਰੋਜ ਖਾਨ, ਹਾਂਜੀ, ਕੋਰੀਓਗ੍ਰਾਫਰ ਰਹੇ ਨੇ ਬਹੁਤ ਤਗੜੇ ਇੰਡੀਆ ਦੇ। ਬਿਲਕੁਲ ਜੀ। ਇਰਫਾਨ ਖਾਨ, ਰਿਸ਼ੀ ਕਪੂਰ, ਹਾਂਜੀ, SP ਬਾਲਾ ਸੁਬਰਾਮਨੀਅਮ, ਹਾਂਜੀ, ਜਗਦੀਪ, ਹਾਂਜੀ, ਵਾजिद ਖਾਨ, ਔਰ ਇੱਕ ਬੜੀ ਮਹਾਨ ਸ਼ਖਸੀਅਤ, ਹਾਂਜੀ, ਭਾਈ ਨਿਰਮਲ ਸਿੰਘ ਖਾਲਸਾ। ਬਿਲਕੁਲ ਜੀ। ਭਾਈ ਨਿਰਮਲ ਸਿੰਘ ਖਾਲਸਾ ਹੁਣਾਂ ਦੀ ਜਿਹੜੀ ਮੌਤ ਹੋਈ ਹੈ ਉਹ ਇੱਕ ਤੇ ਜਿਵੇਂ ਤੁਸੀਂ ਕਿਹਾ ਕਿ ਕੋਵਿਡ ਦਾ ਕਾਰਨ ਸੀ। ਹਾਂਜੀ, ਔਰ ਸਮੁੱਚੇ ਸਿੱਖ ਧਰਮ ਦੇ ਵਿੱਚ, ਹਾਂਜੀ, ਕਿਉਂਕਿ ਇੰਨੇ ਪ੍ਰਸਿੱਧ ਮਹਾਨ ਕੀਰਤਨੀਏ ਇਹ ਵਾਰ-ਵਾਰ ਇਸ ਤਰ੍ਹਾਂ ਦੇ ਵਿਅਕਤੀ ਜਨਮ ਨਹੀਂ ਲੈਂਦੇ, ਤੇ ਬਹੁਤ ਵੱਡਾ ਜਿਹੜਾ ਘਾਟਾ ਪਿਆ ਹੈ ਜੀ। ਬਿਲਕੁਲ, ਹਾਂਜੀ। ਪਰ ਉੱਥੇ ਇੱਕ ਗੱਲ ਹੋਰ ਦੇਖਣ ਨੂੰ ਆਈ ਜੀ, ਕੁਝ ਦੇਸ਼, ਹਾਂਜੀ, ਜਿਵੇਂ ਖਾਸ ਕਰਕੇ ਨਿਊਜ਼ੀਲੈਂਡ ਤੇ ਵੀਅਤਨਾਮ, ਹਾਂਜੀ, ਇਹਨਾਂ ਦੇਸ਼ਾਂ ਨੇ ਜਿਸ ਤਰੀਕੇ ਨਾਲ ਕੋਵਿਡ ਦਾ ਜਿਹੜਾ ਫੈਲਾਅ ਆ, ਸਪਰੈਡ ਆ, ਹਾਂਜੀ, ਉਸ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਏ ਨੇ। ਇਹ ਕਾਬਿਲੇ ਤਾਰੀਫ ਹੈ ਜੀ। ਬਿਨਾਂ ਸ਼ੱਕ ਜੀ, ਬਿਨਾਂ ਸ਼ੱਕ। ਨਿਊਜ਼ੀਲੈਂਡ, ਵੀਅਤਨਾਮ ਦੋਨਾਂ ਕੰਟਰੀਆਂ ਦੀ ਜਿਹੜੀਆਂ ਸਰਕਾਰਾਂ ਸਨ, ਹਾਂਜੀ, ਉਹਨਾਂ ਨੇ ਬਹੁਤ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕੋਵਿਡ ਨੂੰ ਹੈਂਡਲ ਕੀਤਾ। ਔਰ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਕਿ ਪੋਜ਼ੀਟਿਵ ਕੀ ਨੇ। ਬਿਲਕੁਲ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਬਹੁਤ ਵੱਡਾ ਪੋਜ਼ੀਟਿਵ ਹੈ ਕਿ ਦੁਨੀਆ ਦੇ ਸਾਹਮਣੇ ਮਿਸਾਲਾਂ ਨੇ ਕਿ ਇਹਨਾਂ ਦੋ ਜਿਹੜੇ ਮੁਲਕ ਨੇ, ਇਹਨਾਂ ਦੀਆਂ ਸਰਕਾਰਾਂ ਨੇ ਕੀ ਕੀਤਾ, ਕੀ ਵੱਖਰਾ ਕੀਤਾ, ਜਿਹਦੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਦੀ ਮਹਾਮਾਰੀ ਨੂੰ ਬਾਕੀ ਲੋਕਾਂ ਦੇ ਮੁਕਾਬਲੇ ਵਧੀਆ ਤਰੀਕੇ ਨਾਲ ਨਜਿੱਠਿਆ। ਅਗਰ ਇਸ ਦੇ ਉਲਟ ਅਸੀਂ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਖਾਸ ਕਰਕੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਹਾਰ ਦਾ ਮੁੱਖ ਕਾਰਨ ਜਿਹੜਾ ਸੀ, ਉਹ ਸ਼ਾਇਦ ਇਹ ਰਿਹਾ ਹੋਵੇ ਕਿਤੇ ਕਿ ਉਹਨਾਂ ਨੇ ਜਿਹੜੀ ਕਰੋਨਾ ਦੀ ਮਹਾਮਾਰੀ ਸੀ ਉਹਨਾਂ ਨੇ ਬਹੁਤ ਅਸਰਦਾਰ ਤਰੀਕੇ ਦੇ ਨਾਲ ਹੈਂਡਲ ਨਹੀਂ ਕੀਤਾ। ਬਿਲਕੁਲ, ਹਾਂਜੀ। ਕਿਉਂਕਿ ਜਿੰਨੀਆਂ ਕੁ ਉੱਥੇ ਕੇਸਿਸ ਹੋ ਗਏ ਜਾਂ ਮੌਤਾਂ ਹੋਈਆਂ, ਉਹ ਬਹੁਤ ਵੱਡਾ ਇੱਕ ਫੈਕਟਰ ਸੀਗਾ। ਬਿਲਕੁਲ ਜੀ। ਲੋਕਾਂ ਨੂੰ ਕੀ, ਸਾਰੀ ਦੁਨੀਆ ਨੂੰ ਲੱਗਦਾ ਸੀਗਾ ਵੀ ਉਹਨਾਂ ਨੇ ਬਹੁਤਾ ਵਧੀਆ ਤਰੀਕੇ ਨਾਲ ਇਸ ਸਿਚੁਏਸ਼ਨ ਨੂੰ ਹੈਂਡਲ ਨਹੀਂ ਕੀਤਾ। ਹਾਂਜੀ, ਬਿਲਕੁਲ। ਅਜੀ ਅਗਰ ਗੱਲਬਾਤ ਕੀਤੀ ਜਾਵੇ, ਕੁਝ ਹੋਰ ਜਿਹੜੀਆਂ ਘਟਨਾਵਾਂ ਖਾਸ ਕਰਕੇ ਇੰਡੀਆ ਦੇ ਕੰਟੈਕਸਟ ਵਿੱਚ ਕਾਫੀ ਮਹੱਤਵਪੂਰਨ ਨੇ, ਹਾਂਜੀ, ਉਹਨਾਂ ਵਿੱਚੋਂ ਇੱਕ ਦਿੱਲੀ ਵਿਧਾਨ ਸਭਾ ਦਾ ਇਲੈਕਸ਼ਨ ਸੀ, ਹਾਂਜੀ, ਜਿਹਦੇ ਵਿੱਚ ਆਮ ਆਦਮੀ ਪਾਰਟੀ 62 ਸੀਟਾਂ ਲੈ ਕੇ ਦੁਬਾਰਾ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ। ਬਿਲਕੁਲ ਜੀ। ਵੈਸੇ ਤੀਜੀ ਵਾਰ ਜੀ। ਤੀਜੀ ਵਾਰ, ਬਿਲਕੁਲ, ਹਾਂਜੀ, ਬਿਲਕੁਲ, ਹਾਂਜੀ। ਇੱਕ ਵਾਰ ਪਹਿਲਾਂ ਥੋੜੇ ਦਿਨਾਂ ਵਾਸਤੇ ਸਰਕਾਰ ਥੋੜੇ ਦਿਨਾਂ ਵਾਸਤੇ ਸੀ, ਫਿਰ ਉਹ ਰਿਜ਼ਾਈਨ ਕਰਕੇ ਦੁਬਾਰਾ ਆਏ, ਹਾਂਜੀ, ਤੇ ਦੁਬਾਰਾ ਵੀ ਉਹਨਾਂ ਦੀ ਬਹੁਤ ਵੱਡੀ ਜਿੱਤ ਸੀ। ਹਾਂਜੀ, ਲੇਕਿਨ ਤੀਜੀ ਵਾਰ ਵੀ ਮੈਂ ਕਹਾਂਗਾ ਕਿ ਐਂਟੀ ਇਨਕੰਬੈਂਸੀ, ਹਾਂਜੀ, ਔਰ ਫਿਰ ਬਾਕੀ ਸਾਰੀਆਂ ਪੋਲੀਟੀਕਲ ਪਾਰਟੀਆਂ ਔਰ ਜਿਸ ਤਰ੍ਹਾਂ ਦਾ BJP ਦਾ ਪ੍ਰਭਾਵ ਹੈ ਪੂਰੇ ਇੰਡੀਆ ਦੇ ਵਿੱਚ, ਉਹਨੂੰ ਅਗਰ ਮੱਦੇ ਨਜ਼ਰ ਰੱਖਿਆ ਜਾਏ ਤਾਂ ਮੈਂ ਇਸ ਨੂੰ ਸਿਰਫ ਇੱਕ ਦਿੱਲੀ ਦੀ ਇਲੈਕਸ਼ਨ ਹੀ ਨਹੀਂ ਕਹਾਂਗਾ। ਮੈਂ ਕਹਾਂਗਾ ਕਿ ਇੱਕ ਵੱਖਰੇ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਦਿੱਲੀ ਤੋਂ ਭਾਰਤ ਦੇ ਵਿੱਚ ਹੋ ਚੁੱਕੀ ਹੈ ਘੱਟੋ ਘੱਟ। ਬਿਲਕੁਲ ਸਹੀ ਗੱਲ ਹੈ। ਹਾਂਜੀ, ਇਸ ਦੇ ਅੱਗੇ ਚੱਲ ਕੇ ਕੀ ਨਤੀਜੇ ਆਉਂਦੇ ਨੇ ਸਮਾਂ ਦੱਸੇਗਾ। ਇਸ ਗੱਲ ਦੇ ਵਿੱਚ ਥੋੜਾ ਜਿਹਾ ਮੈਂ ਐਡ ਕਰ ਦਿੰਦਾ ਜੀ, ਹਾਂਜੀ, ਕਿ ਜਿਹੜੇ 4 ਫੈਕਟਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੇ ਜਾਂ ਕੰਮ ਕੀਤਾ, ਹਾਂਜੀ, ਉਹ 4 ਫੈਕਟਰ ਜਿਹੜੇ ਨੇ ਜੀ ਕਿਸੇ ਵੀ ਸੁਸਾਇਟੀ ਦੇ, ਕਿਸੇ ਵੀ ਦੇਸ਼ ਦੇ, ਹਾਂਜੀ, ਵਿਕਾਸ ਦੇ ਜਾਂ ਉਹਦੀ ਬੈਕਬੋਨ ਕਹਿ ਸਕਦੇ ਆਪਾਂ। ਬਿਲਕੁਲ ਜੀ। ਜਿਨ੍ਹਾਂ ਵਿੱਚੋਂ ਇੱਕ ਹੈ ਹੈਲਥ, ਐਜੂਕੇਸ਼ਨ, ਹਾਂਜੀ, ਵਾਟਰ, ਬਿਲਕੁਲ ਜੀ, ਐਂਡ ਇਲੈਕਟ੍ਰਿਸਿਟੀ। ਬਿਲਕੁਲ ਜੀ। ਔਰ ਇਹਨਾਂ 4 ਸੈਕਟਰ ਦੇ ਵਿੱਚ ਬਾਕਮਾਲ ਕੰਮ ਕੀਤਾ ਉਹਨਾਂ ਨੇ। ਬਿਲਕੁਲ ਜੀ। ਔਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਦੀ ਜਿੱਤ ਦਾ ਕਾਰਨ ਵੀ ਇਹੀ ਰਿਹਾ। ਬਿਨਾਂ ਸ਼ੱਕ ਜੀ, ਕਿਉਂਕਿ ਮੇਰਾ ਖਿਆਲ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ
ਕਿ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਆਉਂਦੀ ਹੈ ਨਾ ਜੀ, ਤੇ ਫਿਰ ਨਾ ਸਿਰਫ ਬੀਜੇਪੀ ਲੇਕਿਨ ਜਿੰਨੀਆਂ ਸਾਰੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਖਿਲਾਫ ਹੁੰਦੀਆਂ ਨੇ। ਹਾਂਜੀ, ਸ਼ਾਇਦ ਉਹਨਾਂ ਨੂੰ ਲੱਗਦਾ ਕਿ ਜਿਵੇਂ ਕਈ ਵਾਰੀ ਇੱਕ ਪਰਿਵਾਰ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਨਾ ਕਿ ਉਹ ਕਹਿੰਦੇ ਨੇ ਜੀ ਕਿ ਜਿਹੜਾ ਆਪਣੇ ਭਰਾਵਾਂ ਦੀ ਹੁੰਦੀ ਹੈ ਕਿ ਆਹ ਭਰਾ ਦਾ ਹਿੱਸਾ ਹੈ, ਦੂਜੇ ਭਰਾ ਦਾ ਹਿੱਸਾ ਹੈ, ਤੇ ਉਹਨਾਂ ਨੂੰ ਲੱਗਦਾ ਹੈ ਕਿ ਤੀਜਾ ਭਰਾ ਬਾਹਰੋਂ ਆ ਗਿਆ ਜਿਹੜਾ ਸਾਡੇ ਤੋਂ ਹਿੱਸਾ ਮੰਗਣ ਲੱਗ ਗਿਆ, ਬਿਲਕੁਲ ਤੇ ਸਾਡਾ ਹੱਕ ਹੈ ਤੇ ਇਹ ਤੀਜਾ ਹਿੱਸਾ ਮੰਗਣ ਲੱਗ ਗਿਆ। ਸੋ ਉਹਦੇ ਬਾਵਜੂਦ ਇਹ ਸਾਰੇ ਫੈਕਟਰ ਉਹਨਾਂ ਨੇ ਬੀਟ ਕਰਕੇ ਸਰਕਾਰ ਬਣਾਈ ਹੈ। ਮੈਂ ਸਮਝਦਾ ਕਿ ਇੱਕ ਵੱਖਰੀ ਤੇ ਚੰਗੀ ਸ਼ੁਰੂਆਤ ਹੈ। ਹਾਂਜੀ, ਇਸੇ ਤਰ੍ਹਾਂ ਜੀ ਇੱਕ ਹੋਰ ਇਲੈਕਸ਼ਨ ਰੀਸੈਂਟਲੀ ਫਿਨਿਸ਼ ਹੋਏ ਨੇ ਉੱਥੇ ਬਿਹਾਰ ਲੈਜਿਸਲੇਟਿਵ ਅਸੈਂਬਲੀ ਦੇ। ਬਿਲਕੁਲ ਜੀ, ਇਹ ਵੀ ਬੜੇ ਦਿਲਚਸਪ ਇਲੈਕਸ਼ਨ ਸੀਗੇ ਔਰ 243 ਸੀਟਾਂ ਨੇ ਜੀ ਉੱਥੇ, ਤੇ ਐਨਡੀਏ ਜਿਹੜੀ ਹੈ ਇਸ ਨੂੰ 125 ਮਿਲੀਆਂ ਤੇ ਮਹਾਗਠਬੰਧਨ ਨੂੰ 110। ਹਾਂਜੀ, ਤੇ ਨਿਤਿਸ਼ ਕੁਮਾਰ ਜੀ 6ਵੀਂ ਵਾਰੀ ਮੁੱਖ ਮੰਤਰੀ ਬਣਨ ਦੇ ਵਿੱਚ ਕਾਮਯਾਬ ਰਹੇ ਜੀ। ਬਿਲਕੁਲ ਜੀ, ਇਹ ਵੀ ਇੱਕ ਮਾਰਕੇ ਵਾਲੀ ਗੱਲ ਹੈ ਜੀ। ਬਿਲਕੁਲ, ਭਾਵੇਂ ਉਹਨਾਂ ਦੀ ਜਿਹੜੀ ਖੁਦ ਦੀ ਪਾਰਟੀ ਹੈ ਜੇਡੀਯੂ, ਹਾਂਜੀ, ਉਹਨਾਂ ਦਾ ਜਿਹੜਾ ਪ੍ਰਦਰਸ਼ਨ ਬਹੁਤ ਚੰਗਾ ਨਹੀਂ ਸੀ। ਹਾਂਜੀ, ਲੇਕਿਨ ਇਸ ਦੇ ਵਿੱਚ ਭਾਵੇਂ ਅੱਜ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਭਾਰਤ ਦੇ, ਉਹ ਉਹਨਾਂ ਨੂੰ ਵੱਖ-ਵੱਖ ਐਂਗਲ ਤੋਂ ਘੇਰਿਆ ਜਾ ਰਿਹਾ, ਖਾਸ ਕਰਕੇ ਕਿਸਾਨੀ ਕਾਨੂੰਨਾਂ ਕਰਕੇ। ਤੇ ਇਸ ਗੱਲ ਤੋਂ ਮੈਂ ਉਹਨਾਂ ਦਾ ਥੋੜ੍ਹਾ ਜਿਹਾ ਫੈਨ ਆ। ਠੀਕ ਹੈ ਜੀ, ਕਿ ਉਹਨਾਂ ਨੇ ਪਹਿਲੇ ਪ੍ਰੋਮਿਸ ਕੀਤਾ ਸੀ ਕਿ ਜੋ ਮਰਜ਼ੀ ਹੋਵੇ, ਅਗਰ ਸਾਡੀ ਜਿਹੜਾ ਗਠਬੰਧਨ ਹੈ, ਅਗਰ ਉਹਨਾਂ ਨੂੰ ਮੌਕਾ ਮਿਲਦਾ ਤੇ ਨਿਤੀਸ਼ ਕੁਮਾਰ ਹੀ ਮੁੱਖ ਮੰਤਰੀ ਹੋਣਗੇ। ਬਿਲਕੁਲ, ਤੇ ਉਹਨਾਂ ਨੇ ਇਨਸ਼ੋਰ ਕੀਤਾ ਕਿ ਨਿਤੀਸ਼ ਕੁਮਾਰ ਹੀ ਮੁੱਖ ਮੰਤਰੀ ਨੇ। ਉਹਨਾਂ ਨੇ ਸ਼ਾਇਦ ਇਹ ਉਹਨਾਂ ਦੀ ਆਪਣੀ ਸੋਚ ਹੋਵੇਗੀ, ਤੇ ਜਾਂ ਫਿਰ ਉਹਨਾਂ ਨੇ ਮਹਾਰਾਸ਼ਟਰ ਦੀ ਜਿਹੜੀ ਇਲੈਕਸ਼ਨ ਹੋਈ ਸੀ ਉੱਥੋਂ ਇਹ ਸਬਕ ਸਿੱਖਿਆ ਕਿ ਕਿਉਂਕਿ ਸ਼ਿਵ ਸੈਨਾ ਦੇ ਨਾਲ ਇਲੈਕਸ਼ਨ ਨਹੀਂ ਲੜੀ ਸੀ, ਲੇਕਿਨ ਸਰਕਾਰ ਸ਼ਿਵ ਸੈਨਾ ਅੱਜ ਕਾਂਗਰਸ ਤੇ ਸ਼ਰਦ ਪਵਾਰ ਦੇ ਗਰੁੱਪ ਦੇ ਨਾਲ ਰਲ ਕੇ ਜਿਹੜੀ ਰਾਜ ਕਰ ਰਹੀ ਹੈ। ਹਾਂਜੀ, ਲੇਕਿਨ ਬਿਹਾਰ ਦੇ ਵਿੱਚ ਉਹਨਾਂ ਨੇ ਇਨਸ਼ੋਰ ਕੀਤਾ ਕਿ ਜੋ ਲਫ਼ਜ਼ ਅਸੀਂ ਮੂੰਹੋਂ ਕੱਢੇ ਸੀ ਉਹਨਾਂ ਨੂੰ ਅਸੀਂ ਪੂਰੀਆਂ ਕਰੀਏ। ਬਿਲਕੁਲ ਭਾਈ, ਘਟਨਾਵਾਂ ਕਾਫੀ ਨੇ, ਅਗਰ ਇੰਡੀਆ ਦੀ ਗੱਲ ਕੀਤੀ ਜਾਵੇ ਇਹਨਾਂ ਦਾ ਬਸ ਜ਼ਿਕਰ ਕਰਾਂਗੇ ਕਿਉਂਕਿ ਸਮੇਂ ਦੀ ਘਾਟ ਸਾਡੇ ਕੋਲ। ਠੀਕ ਹੈ ਜੀ। ਰਾਮ ਮੰਦਿਰ ਦਾ ਜਿਹੜਾ ਮੁੱਦਾ ਵਾ ਜੀ, ਉਹ ਕਾਫੀ ਭਖਵਾ ਰਿਹਾ ਭਾਰਤ ਦੇ ਇਤਿਹਾਸ ਦੇ ਵਿੱਚ। ਹਾਂਜੀ, ਇਹ ਸਾਲ ਜਿਹੜਾ 2020 ਦੇ ਵਿੱਚ। ਹਾਂਜੀ, ਇਸੇ ਤਰ੍ਹਾਂ ਅਟਲ ਬਿਹਾਰੀ ਵਾਜਪੇਈ ਦੀ ਜਿਹਦੇ ਨਾਮ ਦੇ ਉੱਪਰ ਇੱਕ ਟਨਲ ਬਣਾਈ ਗਈ ਹੈ ਜਿਹੜੀ ਲੇਹ ਮਨਾਲੀ ਹਾਈਵੇ ਨੂੰ ਜੋੜਦੀ ਹੈ। ਹਾਂਜੀ, ਤੇ ਹੋਰ ਵੀ ਕਾਫੀ ਘਟਨਾਵਾਂ ਨੇ ਜੀ। ਮੈਂ ਇੱਥੇ ਇੱਕ ਜਿਹੜੀ ਘਟਨਾ ਵਾ ਜੀ ਬੜੀ ਮਹੱਤਵਪੂਰਨ, ਉਸ ਉੱਪਰ ਜ਼ਿਕਰ ਜ਼ਰੂਰ ਕਰਨਾ ਚਾਹਾਂਗੇ। ਹਾਂਜੀ, ਉਹ ਹੈ ਕਿਸਾਨ ਅੰਦੋਲਨ। ਕਿਉਂਕਿ ਜਿਹੜਾ ਕਿਸਾਨ ਅੰਦੋਲਨ ਹੈ ਜੀ, ਇਸ ਦਾ ਪ੍ਰਭਾਵ ਵਰਲਡ ਵਾਈਡ ਦੇਖਣ ਨੂੰ ਮਿਲਿਆ। ਹਾਂਜੀ, ਮੈਂ ਇੱਕ ਕੱਲ ਉੱਥੇ ਫ੍ਰੈਂਚ ਰਿਪੋਰਟਰ ਦੀ ਖਬਰ ਸੁਣ ਰਿਹਾ ਸੀਗਾ ਜੀ। ਠੀਕ ਹੈ ਜੀ, ਕਿ ਫ੍ਰੈਂਚ ਰਿਪੋਰਟਰ ਉੱਥੇ ਪਹੁੰਚੇ ਹੋਏ ਨੇ। ਹਾਂਜੀ, ਹਾਲਾਂਕਿ ਉਹ ਕੰਮ ਇੰਡੀਆ ਦੇ ਵਿੱਚ ਬੈਠ ਕੇ ਫ੍ਰੈਂਚ ਰੇਡੀਓ ਤੇ ਨਿਊਜ਼ਪੇਪਰ ਲਈ ਕੰਮ ਕਰਦੇ ਨੇ। ਠੀਕ ਹੈ ਜੀ। ਉਹ ਕਹਿ ਰਹੇ ਸੀ ਵੀ ਇਹ ਜਿਹੜਾ ਅੰਦੋਲਨ ਆ, ਐਡਾ ਵੱਡਾ ਅੰਦੋਲਨ ਅਸੀਂ ਦੁਨੀਆ ਵਿੱਚ ਕਦੇ ਨਹੀਂ ਦੇਖਿਆ, ਔਰ ਜਿੰਨਾ ਵੈਲ ਆਰਗੇਨਾਈਜ਼ਡ ਆ, ਵੈਲ ਪਲੈਨਡ ਆ ਔਰ ਪੀਸਫੁਲ ਆ, ਇਹ ਬੇਮਿਸਾਲ ਆ। ਬਿਨਾਂ ਸ਼ੱਕ ਜੀ। ਲੇਕਿਨ ਇੱਕ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਜੀ। ਤੁਸੀਂ ਇੱਕ ਘਟਨਾ ਦਾ ਜ਼ਿਕਰ ਕੀਤਾ, ਰਾਮ ਮੰਦਿਰ ਦੀ ਘਟਨਾ ਦਾ। ਉਹਦੇ ਵਿੱਚ ਮੈਂ ਥੋੜਾ ਜਿਹਾ ਕੁਝ ਐਡ ਕਰਨਾ ਚਾਹੁੰਦਾ। ਰਾਮ ਮੰਦਿਰ, ਬਾਬਰੀ ਮਸਜਿਦ ਰਾਮ ਮੰਦਿਰ ਦੀ ਘਟਨਾ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਇੱਕ ਮਾਈਲਸਟੋਨ ਹੈ। ਬਿਲਕੁਲ, ਪਿਛਲੇ ਸਮੇਂ ਤੋਂ ਭਾਰੂ ਰਹੀ ਹੈ। ਪਾਰਟੀਆਂ ਨੇ ਇਲੈਕਸ਼ਨਾਂ ਇਸ ਦੇ ਸਿਰ ਤੇ ਲੜੀਆਂ ਨੇ। ਕਿਤੇ ਨਾ ਕਿਤੇ ਮੈਨੂੰ ਲੱਗਦਾ ਜੀ ਬੀਜੇਪੀ ਦਾ ਤੇ ਮੇਜਰ ਮੁੱਦਾ ਹੀ ਰਿਹਾ। ਹਾਂਜੀ, ਔਰ ਚਲੋ ਮੈਂ ਸਮਝਦਾ ਕਿ ਇਸ ਸਮੱਸਿਆ ਦਾ ਬਹੁਤ ਵਧੀਆ ਹੱਲ ਹੋਇਆ ਹੈ। ਮੈਂ ਨਿੱਜੀ ਤੌਰ ਤੇ ਇਸ ਗੱਲ ਨੂੰ ਮੰਨਦਾ। ਮੈਂ ਇਸ ਕਰਕੇ ਮੰਨਦਾ ਕਿ ਕੋਰਟ ਨੇ ਡਿਸੀਜਨ ਲਿਆ ਤੇ ਦੂਸਰੀ ਧਿਰ ਜਿਹੜੀ ਸੀ, ਬਾਬਰੀ ਮਸਜਿਦ ਨੂੰ ਢਾਹ ਕੇ ਤੇ ਉੱਥੇ ਮੰਦਿਰ ਬਣਾਇਆ ਜਾਵੇਗਾ। ਦੂਸਰੀ ਧਿਰ ਦੇ ਮੈਂ ਕਹਾਂਗਾ ਕਿ 99% ਲੋਕਾਂ ਨੇ ਇਸ ਚੀਜ਼ ਨੂੰ ਖਿੜੇ ਮੱਥੇ ਭਾਵੇਂ ਨਾ ਮੰਨਿਆ ਹੋਵੇ, ਲੇਕਿਨ ਉਹਨਾਂ ਨੇ ਮੰਨ ਜ਼ਰੂਰ ਲਿਆ। ਵਿਰੋਧ ਨਹੀਂ ਹੋਏ, ਪ੍ਰੋਟੈਸਟ ਨਹੀਂ ਹੋਏ, ਬਹੁਤ ਘੱਟ ਮੈਨਿਊਰ ਛੋਟੀ ਸਕੇਲ ਤੇ ਕਿਤੇ ਹੋਵੇਗਾ, ਲੇਕਿਨ ਉਹਨਾਂ ਨੇ ਮੰਨਿਆ। ਹਾਂਜੀ, ਤੇ ਮੈਂ ਸਮਝਦਾ ਕਿ ਭਾਰਤ ਦੀ ਮੌਜੂਦਾ ਜਿਹੜੀ ਸਰਕਾਰ ਹੈ, ਉਹਨਾਂ ਨੂੰ ਇਸ ਗੱਲ ਤੋਂ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਭਾਰਤ ਦੇ ਵਿੱਚ ਜਿਹੜੇ ਲੋਕ ਕੋਈ ਵੀ ਭਾਵੇਂ ਕਿਸੇ ਕਮਿਊਨਿਟੀ, ਕਿਸੇ ਧਰਮ ਦੇ ਨਾਲ ਸੰਬੰਧਿਤ ਹੋਣ, ਉਹ ਭਾਰਤ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਰਹਿਣਾ ਚਾਹੁੰਦੇ ਨੇ। ਇਸ ਨੂੰ ਇੱਕ ਚੰਗੀ ਸ਼ੁਰੂਆਤ ਮੰਨ ਕੇ ਅੱਗੇ ਤੁਰਨਾ ਚਾਹੀਦਾ ਹੈ। ਇੱਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਨਖੇੜੇ ਵਧਣ। ਬਿਲਕੁਲ ਜੀ। ਇਹ ਤੋਂ ਇੱਕ ਹੋਰ ਵੀ ਮੈਸੇਜ ਜਾਂਦਾ ਹੈ ਕਿ ਜਿਹੜੇ ਹਿੰਦੁਸਤਾਨ ਦੇ, ਭਾਰਤ ਦੇ ਲੋਕ ਨੇ, ਹਰੇਕ ਧਰਮ ਦਾ ਇੱਜ਼ਤ ਮਾਣ ਸਨਮਾਨ ਬਰਾਬਰ ਕਰਦੇ ਨੇ। ਬਿਲਕੁਲ ਜੀ, ਬਿਲਕੁਲ ਜੀ। ਤੇ ਭਾਜੀ, ਹਾਂਜੀ, ਵਾਪਸ ਹੁਣ ਆਪਾਂ ਗੱਲ ਕਰ ਲੈਂਦੇ ਜੀ। ਹਾਂਜੀ, ਕਿਸਾਨ ਅੰਦੋਲਨ ਤੇ ਆਉਂਦੇ ਹਾਂ। ਬਿਨਾਂ ਸ਼ੱਕ ਜੀ, ਤੁਸੀਂ ਜਿਵੇਂ ਦੱਸਿਆ ਕਿ ਕਿਸਾਨ ਅੰਦੋਲਨ, ਉਹਦੇ ਬਾਰੇ ਡਿਟੇਲਸ ਮੇਰੇ ਖਿਆਲ ਕਾਫੀ ਮੇਰੀ ਗੱਲਬਾਤ ਹੋ ਚੁੱਕੀ ਹੈ। ਹਾਂਜੀ, ਬੜੀ ਗੱਲਬਾਤ ਹੁੰਦੀ ਹੈ, ਬੜੀ ਇਨਫੋਰਮੇਸ਼ਨ ਆ ਰਹੀ ਹੈ। ਔਰ ਆਰਗੇਨਾਈਜੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਵੈਲ ਮੋਨੀਟਰਡ, ਵੈਲ ਆਰਗੇਨਾਈਜ਼ਡ ਇਹ ਆਪਣੇ ਅੰਦੋਲਨ ਹੈ। ਤੇ ਅਸੀਂ
ਤਾਂ ਇਹੀ ਉਮੀਦ ਕਰ ਸਕਦੇ ਹਾਂ ਕਿ ਕਿਸੇ ਤਰ੍ਹਾਂ ਆਪਣੇ ਪ੍ਰਮਾਤਮਾ ਵੱਲੋਂ ਕੋਈ ਇਦਾਂ ਦੀ ਗੱਲ ਸ਼ੁਰੂ ਹੋਵੇ ਕਿ ਜਿਵੇਂ ਬਾਬਰੀ ਮਸਜਿਦ ਦਾ ਮਸਲਾ ਨਜਿੱਠਿਆ ਗਿਆ ਹੈ, ਇਹਦਾ ਵੀ ਕੋਈ ਵਧੀਆ ਹੱਲ ਨਿਕਲੇ ਜਿਹਦੇ ਨਾਲ ਸਾਰੀਆਂ ਤਰ੍ਹਾਂ ਜਿਹੜੀਆਂ ਨੇ ਉਹ ਇਹਨੂੰ ਮੰਨ ਕੇ ਤੁਰ ਪੈਣ ਇਹਦੇ। ਹਾਂਜੀ, ਲੇਕਿਨ ਜਿਹੜੀ ਸਰਕਾਰ ਭਾਰਤ ਦੀ ਹੈ, ਅਜੇ ਤੱਕ ਜਿਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ, ਲੱਗਦਾ ਹੈ ਕਿ ਉਹ ਕਨਫਰੰਟੇਸ਼ਨ ਬਿਹੇਵੀਅਰ ਹੈ। ਅਜੇ ਤੱਕ ਉਹਨਾਂ ਨੇ ਉਹ ਇਹ ਗੱਲ ਕਹਿ ਜ਼ਰੂਰ ਰਹੇ ਨੇ ਕਿ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ, ਅਸੀਂ ਐਕਸਪਲੇਨ ਕਰਨਾ ਚਾਹੁੰਦੇ ਹਾਂ, ਲੇਕਿਨ ਨਾ ਤਾਂ ਕੋਈ ਉਹਨਾਂ ਨੇ ਕੰਕਰੀਟ ਗੱਲ ਕੀਤੀ ਹੈ। ਇਸ ਦੇ ਉਲਟ ਸਗੋਂ ਵੱਖ-ਵੱਖ ਖਿੱਤਿਆਂ ਦੇ ਵਿੱਚ ਉਹਨਾਂ ਦੇ ਮਿਨਿਸਟਰ ਜਿਹੜੇ ਨੇ, ਜਿਹੜੇ ਏਰੀਏ ਦੇ ਨਾਲ ਸੰਬੰਧਿਤ ਨੇ, ਉਹ ਜਾ ਕੇ ਇਸ ਚੀਜ਼ ਨੂੰ ਕਾਊਂਟਰ ਕਰਨ ਦਾ ਯਤਨ ਕਰ ਰਹੇ ਨੇ। ਇਸ ਅੰਦੋਲਨ ਦੇ ਵਿੱਚ ਇੱਕ ਹੋਰ ਬੜੀ ਵਧੀਆ ਗੱਲ ਦੇਖਣ ਨੂੰ ਮਿਲੀ ਜੀ। ਹਾਂਜੀ, ਕਿ ਇੱਥੋਂ ਇੱਕ ਨਵੀਂ ਕਿਸਮ ਦੀ ਪੱਤਰਕਾਰਤਾ ਸ਼ੁਰੂ ਹੋਈ। ਹਾਂਜੀ, ਇੱਕ ਟਰਾਲੀ ਅਖਬਾਰ, ਹਾਂਜੀ, ਟਰਾਲੀ ਟਾਈਮਸ ਨਿਊਜ਼ਪੇਪਰ ਉੱਥੇ ਸ਼ੁਰੂ ਹੋ ਗਿਆ ਜੀ। ਹਾਂਜੀ, ਇੱਦਾਂ ਹੀ ਇੱਕ ਅਖਬਾਰ ਹਿੰਦ ਪੰਜਾਬ ਸ਼ੁਰੂ ਹੋਇਆ। ਠੀਕ ਹੈ ਜੀ। ਈਵਨ ਕਿਸਾਨਾਂ ਨੇ ਆਪਣਾ IT ਸੈੱਲ ਬਣਾ ਲਿਆ ਜੀ, ਕਿਉਂਕਿ ਜਿਹੜੀ ਸਾਡੀ ਸਰਕਾਰ ਹੈਗੀ ਹੈ ਉਹਨਾਂ ਦਾ IT ਸੈੱਲ ਆਲਰੇਡੀ ਕਾਫੀ ਪਾਵਰਫੁਲ ਹੈ। ਫੇਸਬੁੱਕ ਦਾ ਪੇਜ ਹੈ, ਟਵਿੱਟਰ ਦਾ ਆਪਣੇ ਹੈ ਜੀ, ਹੈਂਡਲ ਹੈ। ਕਈ ਮੀਡੀਆ ਹਾਊਸਸ ਜਾਂ ਕਈ ਰਾਮਦੇਵ ਜੀ ਵਰਗੇ ਜਿਹੜੇ ਸਾਡੇ ਸੰਤ ਮਹਾਤਮਾ ਨੇ ਇੰਡੀਆ ਦੇ ਵਿੱਚ, ਹਾਂਜੀ, ਉਹ ਕਹਿੰਦੇ ਸੀ ਵੀ ਕਿਸਾਨ ਜਿਹੜੇ ਆ ਇਹਨਾਂ ਨੂੰ ਟਰੈਕਟਰ ਚਲਾਉਣੇ ਆਉਂਦੇ ਆ, ਹਾਂਜੀ, ਇਹਨਾਂ ਨੂੰ ਅਖਬਾਰ ਦੀ ਬੜੀ ਨੌਲੇਜ ਨਹੀਂ ਹੈਗੀ। ਤੇ ਮੈਨੂੰ ਲੱਗਦਾ ਵੀ ਇਹ ਸਾਰੇ ਕੰਮ ਕਰਕੇ ਉਹਨਾਂ ਨੇ ਇੱਕ ਵਧੀਆ ਜਵਾਬ ਦਿੱਤਾ ਵੀ ਅਸੀਂ ਇਕੱਲਾ ਟਰੈਕਟਰ ਨਹੀਂ, ਟਵਿੱਟਰ ਚਲਾਉਣਾ ਵੀ ਜਾਣਦੇ ਹਾਂ। ਉਹ ਗੱਲ ਹੈ ਜੀ ਵੀ ਰਾਮਦੇਵ ਜੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਮੇਰੇ ਵਿੱਚ ਹੀ ਇਹ ਕੈਪੇਬਿਲਿਟੀ ਹੈ ਕਿ ਮੈਂ ਬਾਬਾ ਵੀ ਕਹਾਵਾਂ ਤੇ ਨਾਲ ਬਿਜ਼ਨਸ ਵੀ ਕਰਾਂ। ਬਿਲਕੁਲ। ਤੇ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਕਿਸਾਨ ਵੀ ਜਿਹੜੇ ਨੇ ਉਹ ਖੇਤੀ ਵੀ ਕਰ ਸਕਦੇ ਨੇ ਤੇ ਨਾਲ ਟੈਕਨੋਲੋਜੀ ਵੀ ਇਸਤੇਮਾਲ ਕਰ ਸਕਦੇ ਨੇ। ਸੋ ਬਾਕੀ ਇਹ ਹੈ ਕਿ ਟੈਕਨੋਲੋਜੀ ਦੇ ਟੂਲ ਬਹੁਤ ਵਧੀਆ ਨੇ। ਹਾਂਜੀ, ਕਿਸਾਨ ਅੰਦੋਲਨ ਦੇ ਨਾਲ ਇੱਕ ਜਿਹੜੀ ਹੋਰ ਚੀਜ਼ ਸਾਹਮਣੇ ਇਸ ਅੰਦੋਲਨ ਦੇ ਵਿੱਚ, ਕਿਉਂਕਿ ਵੈਸੇ ਹੀ ਨਾਮ ਚੱਲਦਾ ਸੀ, ਲੇਕਿਨ ਉਹ ਸਾਹਮਣੇ ਆਈ ਜੀ ਗੋਦੀ ਮੀਡੀਆ। ਸੋ ਇਹ ਜਿਹੜੇ ਟੂਲ ਨੇ, ਟਰਾਲੀ ਟਾਈਮਸ ਹੈ ਜਾਂ ਕੁਝ ਵੱਖਰੇ ਮੀਡੀਆ ਸਰੋਤ ਨੇ ਜਾਂ ਜਿਹੜੇ ਇੰਡੀਵਿਜੂਅਲ ਲੋਕ ਨੇ, ਇਹ ਇੱਕ ਗੋਦੀ ਮੀਡੀਆ ਦੀ ਦੇਣ ਹੈ, ਕਿਉਂਕਿ ਗੋਦੀ ਮੀਡੀਆ ਨੇ ਸਰਕਾਰ ਦਾ ਪੱਖ ਅੱਖਾਂ ਬੰਦ ਕਰਕੇ ਪੂਰਿਆ। ਬਿਲਕੁਲ, ਹੁਣ ਵੀ ਪੂਰ ਰਹੇ ਨੇ। ਔਰ ਉਸ ਤੋਂ ਫਿਰ ਕਿਉਂਕਿ ਅਗਰ ਕੋਈ ਸੰਸਥਾ, ਕੋਈ ਅਦਾਰਾ ਜਿਹੜਾ ਇਹ ਸਮਝਦਾ ਹੈ ਕਿ ਮੈਨੂੰ ਜਿਹੜਾ ਢੁਕਵਾਂ ਸਥਾਨ ਨਹੀਂ ਮਿਲ ਰਿਹਾ, ਤੇ ਫਿਰ ਇਸ ਤਰ੍ਹਾਂ ਦੇ ਆਪਸ਼ਨ ਟੂਲ ਅੱਜ ਕੱਲ੍ਹ ਉਪਲਬਧ ਨੇ ਤੇ ਲੋਕਾਂ ਨੂੰ ਵਰਤਣੇ ਵੀ ਚਾਹੀਦੇ ਨੇ। ਬਿਲਕੁਲ ਵਰਤਣੇ ਚਾਹੀਦੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਉਸ ਅੰਦੋਲਨ ਦੀ ਸਹੀ ਤਸਵੀਰ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਵਿੱਚ ਇਹ ਟੂਲਸ ਬਹੁਤ ਵਧੀਆ ਰੋਲ ਪਲੇ ਕਰ ਰਹੇ ਨੇ ਜੀ। ਬਿਨਾਂ ਸ਼ੱਕ। ਭਾਜੀ, ਸਮਾਂ ਜਿਹੜਾ ਵਾ ਉਹ ਹੋ ਚੁੱਕਿਆ ਜੀ ਸ਼ੋਅ ਨੂੰ ਸਮੇਟਣ ਦਾ। ਹਾਂਜੀ, ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਦੇ ਨਾਲ ਕੁਝ ਸਾਂਝ ਪਾਉਣੀ ਚਾਹੋ ਜੀ। ਸਾਂਝ ਤਾਂ ਇਹੀ ਹੈ ਜੀ ਕਿ ਵਰ੍ਹਾ 2020 ਦਾ ਆਖਰੀ ਇਹ ਅੱਜ ਸਾਡਾ ਪ੍ਰੋਗਰਾਮ ਹੈ। ਅਗਲੇ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਹੋਣਗੇ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਪਹਿਲਾਂ ਤਾਂ ਜਿਹੜਾ ਆਪਣੇ ਵਾਇਰਸ ਹੈ ਇਸ ਦੀ ਵੈਕਸੀਨ ਆ ਚੁੱਕੀ ਹੈ, ਇਸ ਦੇ ਨਾਲ ਦੁਨੀਆ ਦੇ ਵਿੱਚ ਪੋਜ਼ਿਟਿਵਿਟੀ ਆਵੇ, ਸਾਰੇ ਲੋਕ ਜਿਹੜੇ ਨੇ ਸਿਹਤਯਾਬ ਰਹਿਣ, ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰਿਆਂ ਲਈ ਆਉਣ ਵਾਲਾ ਜਿਹੜਾ ਨਵਾਂ ਸਾਲ ਹੈ ਉਹ ਖੁਸ਼ੀਆਂ, ਖੇੜੇ ਤੇ ਨਵੀਂ ਉਤਸ਼ਾਹ ਲੈ ਕੇ ਆਵੇ ਜੀ। ਬਿਲਕੁਲ ਜੀ, ਇਹੀ ਕਾਮਨਾ ਕਰਦੇ ਹਾਂ ਕਿ ਜਿਹੜਾ ਵਰ੍ਹਾ 2021 ਹੈ, ਹਾਂਜੀ, ਉਹ ਸਾਰਿਆਂ ਦੇ ਲਈ ਸਿਹਤਯਾਬ ਇੱਕ ਵਧੀਆ ਸਾਲ ਹੋਵੇ। ਭਾਜੀ, ਤੁਸੀਂ ਇਸ ਸਾਲ ਦੇ ਆਖਰੀ ਸ਼ੋਅ ਦੇ ਵਿੱਚ ਆ ਕੇ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ। ਸੋ ਇਹ ਸਨ ਸਰਦਾਰ ਗੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਵਰ੍ਹਾ 2020 ਦੇ ਵਿੱਚ ਹੋਈਆਂ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਉੱਪਰ ਸਾਡੇ ਨਾਲ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਆਉਣ ਵਾਲੇ ਐਪੀਸੋਡਸ ਦੇ ਵਿੱਚ ਐਡਮਿੰਟਨ ਸ਼ਹਿਰ ਤੋਂ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਰਹਾਂਗੇ। ਮੈਨੂੰ ਮਨਜੀਤ ਸਿੰਘ ਫਿਰਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।